ਹੈਲੋ ਐਵਰੀਵਨ। ਤਾਂ ਕਿਵੇਂ ਹੋ ਤੁਸੀਂ ਸਾਰੇ? ਤੁਹਾਡਾ ਬਹੁਤ ਬਹੁਤ ਹੀ ਸਵਾਗਤ ਕਰਦੇ ਹਾਂ, ਮੋਸਟ ਵੈਲਕਮ ਅੱਜ ਦੀ ਇਸ ਕਲਾਸ ਦੇ ਵਿੱਚ। ਰਾਈਟਿੰਗ ਦੀ ਕਲਾਸ ਆ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਰਾਈਟਿੰਗ ਦੀ ਕਲਾਸ ਦੇ ਵਿੱਚ ਆਪਾਂ ਟਾਸਕ 1 ਵੀ ਡਿਸਕਸ ਕਰਦੇ ਹਾਂ ਅਤੇ ਟਾਸਕ 2 ਵੀ ਡਿਸਕਸ ਕੀਤਾ ਜਾਂਦਾ। ਅਤੇ ਅੱਜ ਜਿਹੜਾ ਟਾਸਕ 1 ਮੈਂ ਡਿਸਕਸ ਕਰਵਾਊਂਗਾ ਉਹ ਇੱਕ ਸਟੂਡੈਂਟ ਨੇ ਮੈਨੂੰ ਸ਼ੇਅਰ ਕੀਤਾ ਸੀ। ਸਟਾਰਟਿੰਗ ਦੇ ਵਿੱਚ ਮੈਨੂੰ ਬਹੁਤ ਈਜ਼ੀ ਲੱਗਿਆ ਉਹ, ਜਦੋਂ ਪਰ ਮੈਂ ਕਰਕੇ ਦੇਖਿਆ, ਪਰ ਉਹ ਥੋੜ੍ਹਾ ਜਿਹਾ ਕੰਪਲੈਕਸ ਜਿਹਾ ਟਾਸਕ ਹੈਗਾ ਸੀ, ਪਰ ਫਿਰ ਵੀ ਆਪਾਂ ਨੂੰ ਬਹੁਤ ਹੀ ਵਧੀਆ ਇਫੈਕਟਿਵ ਤਰੀਕੇ ਨਾਲ ਉਹ ਜਿਹੜਾ ਟਾਸਕ ਆ ਮੈਂ ਲਾਈਨ ਗਰਾਫ ਆ ਉਹ ਓਨਲੀ 4 ਵੇਰੀਏਸ਼ਨਾਂ ਲਾ ਕੇ, ਕਿਉਂਕਿ ਉੱਥੇ 4 ਡਾਟੇ ਸ਼ੋਅ ਕੀਤੇ ਹੋਏ ਸੀ, ਉਹ ਮੈਂ ਤੁਹਾਨੂੰ ਸਾਰਾ ਕੁਝ ਦਿਖਾਊਂਗਾ। ਮਤਲਬ ਕਿ ਬਹੁਤ ਹੀ ਸਿੰਪਲ ਅਤੇ ਇਫੈਕਟਿਵ ਤਰੀਕੇ ਨਾਲ ਉਹ ਜਿਹੜਾ ਟਾਸਕ 1 ਉਹ ਮੈਂ ਲਿਖਿਆ। ਅਤੇ ਜਿਹੜੀਆਂ ਵੇਰੀਏਸ਼ਨਾਂ ਅੱਜ ਆਉਣਗੀਆਂ ਜੋ ਜਾਣੀ ਕਿ ਮੈਂ ਤੁਹਾਨੂੰ ਕਰਾਊਂਗਾ, ਉਹ ਵੇਰੀਏਸ਼ਨਾਂ ਤੁਸੀਂ ਨੋਟ ਕਰ ਲਿਓ ਆਪਣੀ ਨੋਟਬੁੱਕ ਦੇ ਉੱਤੇ, ਹੈ ਨਾ। ਕਿਉਂਕਿ ਜਦੋਂ ਫਿਰ ਵੇਰੀਏਸ਼ਨਾਂ ਆਪਾਂ ਦੇਖ ਲਈਆਂ ਫਿਰ ਉਹ ਬਾਅਦ 'ਚ ਦਿਮਾਗ 'ਚੋਂ ਨਿਕਲ ਜਾਂਦੀਆਂ ਨੇ, ਫਿਰ ਉਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਵੀ ਕਲਾਸ ਅਟੈਂਡ ਕੀਤੀ ਜਾਂ ਨਾ ਕੀਤੀ, ਹੈ ਨਾ। ਤਾਂ ਲਿਖਣ ਦੇ ਨਾਲ ਫਾਇਦਾ ਬਹੁਤ ਹੋਊਗਾ। ਤਾਂ ਵੀਡੀਓ ਨੂੰ ਸਟਾਰਟ ਕਰ ਦਿਆਂਗੇ। ਉਸ ਤੋਂ ਪਹਿਲਾਂ ਔਨਲਾਈਨ ਕਲਾਸਿਸ ਦੇ ਲਈ ਸਾਨੂੰ ਤੁਸੀਂ ਇੱਕ ਵਾਰੀ ਕੰਟੈਕਟ ਕਰ ਸਕਦੇ ਹੋ, ਅਤੇ ਜੋ ਵੀ ਪ੍ਰੋਸੀਜਰ ਹੋਊਗਾ ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ ਕਿੱਦਾਂ ਗਾ। ਅਤੇ ਨਾਲ ਦੀ ਨਾਲ ਜੰਬੋ ਕਿਊ ਕਾਰਡ PDF ਰੈਡੀ ਹੈ ਜੀ। 9 ਆਈਡੀਆਜ਼ ਅਤੇ 53 ਕਿਊ ਕਾਰਡ ਤੁਹਾਡੇ ਕਵਰ ਹੋ ਜਾਣਗੇ। ਬਹੁਤ ਹੀ ਸੋਹਣਾ PDF ਸਿੰਪਲ ਲੈਂਗੁਏਜ ਦੇ ਵਿੱਚ ਇਹ ਜਿਹੜਾ PDF ਆ ਉਹ ਤੁਹਾਨੂੰ ਆਪਾਂ ਪ੍ਰੋਵਾਈਡ ਕਰਵਾ ਸਕਦੇ ਹਾਂਗੇ। ਇਹਦੇ ਵਿੱਚ ਮਤਲਬ ਕਿ ਇੱਕ ਸਟੋਰੀ ਕਾਫੀ ਕਿਊ ਕਾਰਡ ਵਿੱਚ ਕੰਮ ਕਰ ਜਾਂਦੀ ਹੁੰਦੀ ਹੈ। ਕੁਝ ਇੱਦਾਂ ਦਾ ਇਹ ਕਿਊ ਕਾਰਡ ਆ, ਜਾਣੀ ਕਿ ਸਪੀਕਿੰਗ ਵਿੱਚ ਬਹੁਤ ਹੈਲਪ ਹੋਵੇਗੀ। ਤਾਂ ਹੁਣ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰੂੰਗਾ ਅਤੇ ਜਲਦੀ ਦੇ ਨਾਲ ਆਪਣੀ ਜਿਹੜੀ ਕਲਾਸ ਦੇ ਵੱਲ ਆਪਾਂ ਵੱਧਦੇ ਆਂਗੇ। ਤਾਂ ਸਭ ਤੋਂ ਪਹਿਲਾਂ ਮੈਂ ਓਪਨ ਕਰੂੰਗਾ ਆਪਣਾ ਜਿਹੜਾ ਟਾਸਕ 1 ਹੈ। ਜਿਵੇਂ ਕਿ ਜਿਹੜਾ ਇਹ ਟਾਸਕ 1 ਇਹ ਮੈਨੂੰ ਸ਼ੇਅਰ ਕੀਤਾ ਗਿਆ ਸੀ ਆਪਣੇ ਇੱਕ ਸਟੂਡੈਂਟ ਦੇ ਵੱਲੋਂ, ਜੋ ਕਿ ਆਪਣੀ ਰਾਈਟਿੰਗ ਦੀ ਕਲਾਸ ਅਟੈਂਡ ਕਰ ਰਿਹਾ, ਅਤੇ ਉਹਨਾਂ ਨੇ ਕਿਹਾ ਵੀ ਆਹ ਟਾਸਕ 1 ਕਰਵਾ ਦਿਓ। ਤਾਂ ਉਹਨਾਂ ਨੂੰ ਕਿਹਾ ਵੀ ਮੈਂ ਖੁਦ ਜਿਹੜਾ ਸੈਂਪਲ ਆਨਸਰ ਲਿਖ ਕੇ ਜਿਹੜਾ ਇਹ ਟਾਸਕ 1 ਆ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ। ਅਤੇ ਅੱਜ ਆਪਾਂ ਇਹ ਜਿਹੜਾ ਟਾਸਕ 1 ਉਹ ਲਾਈਨ ਗਰਾਫ ਆ ਉਹ ਆਪਾਂ ਕਰਾਂਗੇ, ਹੈ ਨਾ। ਅਤੇ ਲਾਈਨ ਗਰਾਫ ਥੋੜ੍ਹਾ ਜਿਹਾ ਮਤਲਬ ਕਿ ਆਪਾਂ ਦੇਖ ਕੇ ਡਰ ਜਾਂਦੇ ਨਾ ਵੀ ਕੀ ਇੱਥੇ ਵੇਰੀਏਸ਼ਨਾਂ ਲਾਵਾਂਗੇ, ਪਰ ਡਰਨ ਦੀ ਗੱਲ ਨਹੀਂ ਹੁੰਦੀ। ਟਾਸਕ 1 ਤੋਂ ਡਰ ਥੋੜ੍ਹਾ ਲਾਈਨ ਗਰਾਫ ਤੋਂ ਡਰ ਜਿਹਾ ਥੋੜ੍ਹਾ ਲੱਗਦਾ ਹੁੰਦਾ ਨਾ, ਵੀ ਕਈ ਵਾਰ ਲਾਈਨਾਂ ਉੱਪਰ ਨੀਚੇ ਹੁੰਦੀਆਂ ਨੇ, ਵੀ ਕਿੰਨਾ ਕੁ ਡਾਟਾ ਸ਼ੋਅ ਕਰਨਾ, ਕਿੰਨਾ ਕੁ ਲੁਕਾਉਣਾ, ਹੈ ਨਾ। ਇਹ ਕੁਝ ਗੱਲਾਂ ਹੁੰਦੀਆਂ ਨੇ। ਪਰ ਜਿਵੇਂ ਕਿ ਮੈਂ ਤੁਹਾਨੂੰ ਜੇ ਟਾਸਕ 1 ਦੇ ਲਈ ਜਿਹੜਾ ਆਪਣਾ ਲਾਈਨ ਗਰਾਫ ਹੁੰਦਾ ਇਹਦੇ ਲਈ ਦੱਸਾਂ ਨਾ, ਵੀ ਕਈ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਇਕੱਲਾ ਡਾਟਾ ਮੈਂਸ਼ਨ ਕਰੋ। ਜਿਵੇਂ ਕਿ ਹੁਣ ਆਪਾਂ ਆਹ ਡਾਟਾ ਮੈਂਸ਼ਨ ਕਰਨ ਲੱਗੇ, ਇੰਨਾ ਵੀ ਡਾਟਾ ਮੈਂਸ਼ਨ ਕਰਨ ਲੱਗੇ, ਹੈ ਨਾ। ਮਤਲਬ ਕਿ ਇਕੱਲਾ ਡਾਟਾ ਤਾਂ ਡਾਟਾ ਹੀ ਬਹੁਤ ਹੋ ਜੂਗਾ ਇਸ ਹਿਸਾਬ ਨਾਲ। ਤਾਂ ਫਿਰ ਤਾਂ ਆਪਾਂ ਨੂੰ ਬਹੁਤ ਟਾਈਮ ਲੱਗ ਜੂਗਾ ਵੀ ਕਿਹੜੇ ਸਾਲ ਦੇ ਵਿੱਚ ਕਿੰਨਾ ਡਾਟਾ ਸੀ ਨਾ, ਫਿਰ ਤਾਂ ਲੈਂਥ ਹੀ ਬਹੁਤ ਵੱਡੀ ਹੋ ਜੂਗੀ। ਫਿਰ ਤਾਂ ਜਾਣੀ ਕਿ ਆਪਾਂ ਟਾਸਕ 1 ਜਿਵੇਂ ਕਿ ਤੁਹਾਨੂੰ ਪਤਾ ਹੀ ਹੁੰਦਾ ਵੀ ਟਾਸਕ 1 ਦੇ ਵਿੱਚ ਤੁਸੀਂ ਜ਼ਿਆਦਾ ਡਾਟਾ ਨੂੰ ਥੋੜ੍ਹੇ ਵਰਡ ਵਿੱਚ ਕਵਰ ਕਰਨਾ ਹੁੰਦਾ। ਟਾਸਕ 2 ਤੁਹਾਡਾ ਜਿਹੜਾ ਕਿ ਟੋਟਲੀ ਡਿਫਰੈਂਟ ਹੁੰਦਾ। ਟਾਸਕ 2 ਵਿੱਚ ਤੁਹਾਡੀ ਇਲੈਬੋਰੇਸ਼ਨ ਦੇਖੀ ਜਾਣੀ ਆ। ਉਹ ਉੱਥੇ ਤੁਹਾਨੂੰ ਇਹ ਦੇਖਿਆ ਜਾਣਾ ਵੀ ਤੁਸੀਂ ਇੱਕ ਚੀਜ਼ ਨੂੰ ਕਿੰਨਾ ਖੋਲ੍ਹ ਕੇ ਕਿੰਨਾ ਚੰਗੀ ਤਰੀਕੇ ਦੇ ਨਾਲ ਸਮਝਾ ਸਕਦੇ ਹੋ। ਦਿਸ ਇਜ਼ ਦਾ ਡਿਫਰੈਂਸ ਬਿਟਵੀਨ ਟਾਸਕ 1 ਐਂਡ ਟਾਸਕ 2, ਹੈ ਨਾ। ਟਾਸਕ 2 ਵਿੱਚ ਤੁਹਾਡੀ ਇਹੀ ਸਕਿੱਲ ਦੇਖੀ ਜਾਣੀ ਆ ਵੀ ਤੁਹਾਡੇ ਕੋਲ ਡਾਟਾ ਜ਼ਿਆਦਾ ਹੋਊਗਾ, ਅਤੇ ਪਰ ਉਸ ਡਾਟਾ ਨੂੰ ਤੁਸੀਂ 150 ਵਰਡਸ ਦੇ ਵਿੱਚ ਜਿਹੜਾ ਕਿ ਕੰਪਲੀਟ ਕਰਨਾ। 150 ਵਰਡ ਵੀ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਕਿ ਇੰਟਰੋਡਕਸ਼ਨ ਆ ਓਵਰਆਲ ਆ ਉਹਦੇ ਵਿੱਚ ਤਾਂ ਕੁਝ ਮੰਨਿਆ ਨਹੀਂ ਜਾਂਦਾ ਨਾ, ਕਿਉਂਕਿ ਡਾਟਾ ਤਾਂ ਆਪਾਂ 2 PB ਦੇ ਵਿੱਚ ਸ਼ੋਅ ਕਰਨਾ, ਹੈ ਨਾ। ਤਾਂ ਫਿਰ ਮਤਲਬ ਵੀ ਤੁਸੀਂ 100 ਕੁ ਵਰਡਸ ਦੇ ਵਿੱਚ ਤੁਸੀਂ ਇੰਨਾ ਡਾਟਾ ਕਵਰ ਕਰਨਾ ਹੁੰਦਾ ਗਾ। ਤਾਂ ਪਰ ਗੱਲ ਕੋਈ ਵੀ ਔਖੀ ਨਹੀਂ ਹੁੰਦੀ ਦੁਨੀਆ ਦੇ ਉੱਤੇ, ਚੀਜ਼ ਕੋਈ ਵੀ ਔਖੀ ਨਹੀਂ ਹੁੰਦੀ, ਆਪਣਾ ਮਾਈਂਡ ਸੈੱਟ ਹੀ ਹੁੰਦਾ ਗਾ। ਤਾਂ ਸਭ ਤੋਂ ਪਹਿਲਾਂ ਤੁਸੀਂ ਜੇ ਇੰਟਰੋਡਕਸ਼ਨ ਪੜ੍ਹੋਗੇ ਤਾਂ ਇੰਟਰੋਡਕਸ਼ਨ ਦੇ ਵਿੱਚ ਕੀ ਹੈਗਾ, ਇਹਨਾਂ ਦੀ ਗ੍ਰਾਫ ਬਿਲੋ ਸ਼ੋਜ਼ ਦਾ ਪਰਸੈਂਟੇਜ ਆਫ 18 to 25 ਈਅਰ ਓਲਡ ਇਨ ਯੂਨੀਵਰਸਿਟੀ ਇਨ 4 ਡਿਫਰੈਂਟ ਕੰਟਰੀਜ਼। ਕੰਟਰੀਜ਼ ਦਾ ਨੇਮ ਕੀ ਆ? ਸਭ ਤੋਂ ਪਹਿਲੀ ਕੰਟਰੀ ਆਪਣੇ ਕੋਲ ਸਿੰਗਾਪੁਰ ਹੈਗੀ ਆ। ਸਿੰਗਾਪੁਰ ਤੋਂ ਬਾਅਦ ਆਪਣੇ ਕੋਲ ਮਲੇਸ਼ੀਆ ਹੈਗਾ। ਮਲੇਸ਼ੀਆ ਤੋਂ ਬਾਅਦ ਆਪਣੇ ਕੋਲ ਇੱਕ ਫਿਲੀਪਾਈਨਜ਼ ਹੈਗਾ, ਅਤੇ ਫਿਲੀਪਾਈਨਜ਼ ਤੋਂ ਬਾਅਦ ਆਪਣੇ ਕੋਲ ਜਿਹੜਾ ਕਿ ਡਾਟਾ ਗਾ ਉਹ ਥਾਈਲੈਂਡ ਦਾ ਪਿਆ ਗਾ। ਅਤੇ ਸਿੰਗਾਪੁਰ ਦਾ ਡਾਟਾ ਕਿਹੜਾ ਗਾ? ਇਹ ਵਾਲੀ ਲਾਈਨ ਆ ਉਹ ਸਿੰਗਾਪੁਰ ਦੀ ਆ, ਸੌਰੀ। ਅਤੇ ਜਿਹੜੀ ਆਪਣੀ ਕੋਲ ਇਹ ਵਾਲੀ ਲਾਈਨ ਆ ਇਹ ਸਿੰਗਾਪੁਰ ਦੀ ਆ। ਉਸ ਤੋਂ ਬਾਅਦ ਜਿਹੜੀ ਮਲੇਸ਼ੀਆ ਵਾਲੀ ਲਾਈਨ ਇਹ ਆ ਗਈ ਆਪਣੇ ਕੋਲ। ਉਸ ਤੋਂ ਬਾਅਦ ਜਿਹੜਾ ਕਿ ਫਿਲੀਪਾਈਨਜ਼ ਦਾ ਡਾਟਾ ਨੀਚੇ ਵਾਲਾ, ਅਤੇ ਥਾਈਲੈਂਡ ਦਾ ਡਾਟਾ ਇਹ ਵਾਲਾ, ਹੈ ਨਾ। ਤਾਂ ਇਹ ਤਰੀਕੇ ਨਾਲ ਆਪਣੇ ਕੋਲ 4 ਕੰਟਰੀ ਦਾ ਜਿਹੜਾ ਕਿ ਡਾਟਾ ਉਹ ਮੈਂਸ਼ਨ ਕੀਤਾ ਗਿਆ। ਤਾਂ ਅੱਜ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾਵਾਂ ਵੀ ਡਾਟਾ ਹੈ ਕਾਹਦੇ ਬਾਰੇ ਆ। ਇਹਨਾਂ 4 ਕੰਟਰੀ ਦੇ ਵਿੱਚ ਜਿਹੜਾ ਕਿ ਯੂਨੀਵਰਸਿਟੀ ਦੇ ਵਿੱਚ 18 ਤੋਂ ਲੈ ਕੇ 25 ਸਾਲ ਤੱਕ ਜਿਹੜੇ ਬੱਚੇ ਪੜ੍ਹਦੇ ਸੀ ਨਾ, ਉਹਨਾਂ ਦਾ ਡਾਟਾ ਨਾ, ਵੀ ਉਹ 50 ਸਾਲਾਂ ਦੇ ਵਿੱਚ ਕਿਵੇਂ ਉਹਨਾਂ ਦਾ ਜਿਹੜਾ ਕਿ ਨੰਬਰ ਹੈਗਾ, ਐਡਮਿਸ਼ਨ ਨੰਬਰ ਆ ਉਹ ਉੱਪਰ ਨੀਚੇ ਹੋ ਨਾ, ਵੀ ਕਿੰਨੇ ਕੁ ਜਿਵੇਂ ਕਿ ਤੁਹਾਨੂੰ ਪਤਾ ਵੀ 1961 ਦੇ ਵਿੱਚ ਜਿਹੜਾ ਕਿ ਸਿੰਗਾਪੁਰ ਦੇ ਵਿੱਚ 15% ਬੱਚੇ ਪੜ੍ਹਦੇ ਸੀ, ਅਤੇ ਲਾਸਟ ਦੇ ਵਿੱਚ ਯਾਨੀ ਕਿ 40% ਜਾ ਕੇ ਹੋ ਗਏ, ਹੈ ਨਾ। ਤਾਂ ਇਸ ਤਰੀਕੇ ਨਾਲ ਇਹ ਡਾਟਾ ਆਪਣੇ ਕੋਲ ਹੈਗਾ ਗਾ। ਤਾਂ ਇਹਦੀ ਸਭ ਤੋਂ ਪਹਿਲਾਂ ਜੇ ਆਪਾਂ ਇੰਟਰੋਡਕਸ਼ਨ ਦੇ ਵੱਲ ਜਾਈਏ, ਵੀ ਜਿਹੜੀ ਇੰਟਰੋਡਕਸ਼ਨ ਆ ਉਹ ਆਪਾਂ ਕਿੱਦਾਂ ਲਿਖਣੀ ਆ। ਤਾਂ ਇੰਟਰੋਡਕਸ਼ਨ ਆਪਾਂ ਕੰਪੈਰੀਜ਼ਨ ਨਾਲ ਹੀ ਇੱਥੇ ਲਿਖਾਂਗੇ। ਤਾਂ ਤੁਸੀਂ ਪੜ੍ਹੋ ਦੀ ਕੰਪੈਰੀਜ਼ਨ ਬਿਟਵੀਨ ਦਾ ਪ੍ਰਪੋਰਸ਼ਨ। ਤੁਹਾਨੂੰ ਪਤਾ ਵੀ ਡਾਟਾ ਪਰਸੈਂਟੇਜ ਦੇ ਵਿੱਚ ਕੈਲੀਬਰੇਟ ਆ, ਹੈ ਨਾ। ਤਾਂ ਆਪਾਂ ਪਰਸੈਂਟੇਜ ਨੂੰ ਕੀ ਲਿਖ ਸਕਦੇ ਹਾਂ? ਪ੍ਰਪੋਰਸ਼ਨ ਲਿਖ ਸਕਦੇ ਹਾਂ। ਜੇ ਆਪਾਂ ਕਿਹਾ ਦੀ ਕੰਪੈਰੀਜ਼ਨ ਬਿਟਵੀਨ ਦਾ ਪ੍ਰਪੋਰਸ਼ਨ ਆਫ ਯੂਨੀਵਰਸਿਟੀ ਸਟੂਡੈਂਟਸ, ਅਤੇ ਇੱਥੇ ਮੈਂ ਏਜ ਮੈਂਸ਼ਨ ਕਰਨੀ ਪਹਿਲਾਂ ਭੁੱਲ ਗਿਆ ਸੀ, ਅਤੇ ਬਾਅਦ ਦੇ ਵਿੱਚ ਮੈਂ ਮੈਂਸ਼ਨ ਕਰਤੀ। ਪਰ ਤੁਸੀਂ ਇਹਨੂੰ ਕਿੱਦਾਂ ਕਰ ਸਕਦੇ ਸੀ? ਦੀ ਕੰਪੈਰੀਜ਼ਨ ਬਿਟਵੀਨ ਦਾ ਪ੍ਰਪੋਰਸ਼ਨ ਆਫ ਯੂਨੀਵਰਸਿਟੀ ਸਟੂਡੈਂਟਸ ਹੂਜ਼ ਏਜ ਵਰ
ਬਿਟਵੀਨ 18 to 25, ਠੀਕ ਹੈ, ਇੱਦਾਂ ਲਿਖ ਸਕਦੇ ਸੀ। ਇਨ 4 ਡਿਫਰੈਂਟ ਨੇਸ਼ਨਸ, ਉੱਥੇ ਕੰਟਰੀਜ਼ ਸੀ, ਆਪਾਂ ਇੱਥੇ ਨੇਸ਼ਨ ਲਿਖਤਾ। ਕੰਟਰੀਜ਼ ਦੇ ਨਾਮ ਆਪਾਂ ਜਿਹੜੇ ਕਿ ਨਾਲ ਮੈਂਸ਼ਨ ਕਰ ਦਿੱਤੇ। ਸਿੰਗਾਪੁਰ ਹੋ ਗਿਆ, ਮਲੇਸ਼ੀਆ ਹੋ ਗਿਆ, ਫਿਲੀਪਾਈਨਸ ਹੋ ਗਿਆ, ਫਿਲੀਪਾਈਨਸ ਦੇ ਵਿੱਚ ਡਬਲ ਪੀ ਪਊਗੀ, ਧਿਆਨ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਥਾਈਲੈਂਡ ਹੋ ਗਿਆ। ਅਤੇ ਜਿਹੜਾ ਟਾਈਮ ਪੀਰੀਅਡ ਕਿੰਨਾ ਗਾ, ਫਰੋਮ 1961 to 2011 ਇਜ਼ ਇਲੂਸਟ੍ਰੇਟਡ ਬਾਈ ਲੀਨੀਅਰ ਗ੍ਰਾਫ, ਹੈ ਨਾ, ਵੀ ਜਿਹੜਾ ਕਿ ਟਾਈਮ ਪੀਰੀਅਡ ਆਪਣੇ ਕੋਲ 1961 ਤੋਂ ਲੈ ਕੇ 2011 ਤੱਕ ਹੈਗਾ। ਅਤੇ ਡਾਟਾ ਇਲੂਸਟ੍ਰੇਟ ਕਿਹਨੇ ਕੀਤਾ, ਉਹ ਡਾਟਾ ਇਲੂਸਟ੍ਰੇਟ ਕੀਤਾ ਗਿਆ, ਸ਼ੋ ਕੀਤਾ ਗਿਆ ਲੀਨੀਅਰ ਗ੍ਰਾਫ ਦੇ ਵੱਲੋਂ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿ ਆਪਣਾ ਇੰਟਰੋ ਆ, ਬਹੁਤ ਹੀ ਇੰਟਰੋ ਬਹੁਤ ਸੌਖੀ ਹੁੰਦੀ ਹੈ। ਇੰਟਰੋ ਵਿੱਚ ਬਿਲਕੁਲ ਵੀ ਟਾਈਮ ਤੁਸੀਂ ਵੇਸਟ ਨਹੀਂ ਕਰਨਾ। ਜਿਹੜੀਆਂ ਸਾਹਮਣੇ ਤੁਹਾਡੀ ਸਟੇਟਮੈਂਟ ਪਈ ਹੋਊਗੀ, ਬਸ ਉਹਦੇ ਉੱਤੇ ਥੋੜ੍ਹੀ ਪੈਸੇ ਵਾਲੀ ਜਿਹੜੀ ਕਿ ਵੇਰੀਏਸ਼ਨ ਤੁਸੀਂ ਲਾ ਦੇਣੀ ਆ ਦੀ ਕੰਪੈਰੀਜ਼ਨ ਵਾਲੀ, ਅਤੇ ਇਜ਼ ਇਲੂਸਟ੍ਰੇਟਡ ਬਾਈ, ਇਜ਼ ਡਿਪਿਕਟਡ ਬਾਈ। ਅਤੇ ਹੁਣ ਇੱਥੇ ਮੈਂ ਉਹ ਲਾਈਨ ਨਹੀਂ ਲਿਖੀ ਦੀ ਡਾਟਾ ਹੈਜ਼ ਬੀਨ ਕੈਲੀਬਰੇਟਡ ਇਨ ਪਰਸੈਂਟੇਜ, ਕਿਉਂਕਿ ਇੱਥੇ ਮੈਂ ਪਹਿਲਾਂ ਹੀ ਉਹਨਾਂ ਨੂੰ ਦੱਸ ਚੁੱਕਿਆ ਵੀ ਜਿਹੜਾ ਕੰਪੈਰੀਜ਼ਨ ਆ ਉਹ ਹੋਇਆ ਹੀ ਪਰਸੈਂਟੇਜ ਦੇ ਵਿੱਚ ਆ, ਉਹ ਕੰਪੈਰੀਜ਼ਨ ਹੋਇਆ ਹੀ ਪ੍ਰੋਪੋਰਸ਼ਨ ਦੇ ਵਿੱਚ ਆ ਨਾ, ਤਾਂ ਆਪਾਂ ਨੂੰ ਦੁਬਾਰਾ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਹ ਹੋ ਗਈ ਆਪਣੀ ਇੰਟਰੋਡਕਸ਼ਨ। ਹੁਣ ਓਵਰਆਲ ਦੇ ਵੱਲ ਜੇ ਆਪਾਂ ਨਜ਼ਰ ਮਾਰੀਏ ਤਾਂ ਤੁਹਾਨੂੰ ਮੋਟੇ ਜਿਹੇ ਸ਼ਬਦਾਂ ਵਿੱਚ, ਮੋਟੀਆਂ ਅੱਖਾਂ ਦੇ ਨਾਲ ਉੱਪਰੋਂ ਜੇ ਇਸ ਟਾਸਕ ਦੇ ਵਿੱਚੋਂ ਤੁਸੀਂ ਦੇਖੋ ਵੀ ਤੁਹਾਨੂੰ ਸਮਝ ਕੀ ਆਉਂਦਾ, ਤਾਂ ਦੇਖੋ ਵੀ ਕੋਈ ਇੱਦਾਂ ਨਹੀਂ ਹੈਗਾ ਵੀ ਕਿਸੇ ਦਾ ਡਾਟਾ ਬਹੁਤ ਹੀ ਮਤਲਬ ਕਿ ਘੱਟ ਰਿਹਾ ਹੋਵੇ। ਓਵਰ ਦਾ ਪੀਰੀਅਡ 50 ਸਾਲਾਂ ਦਾ ਇਹ ਪੀਰੀਅਡ ਹੈ, 5 ਡਿਕੇਡਾਂ ਨੇ, ਹੈ ਨਾ, 1961 ਤੋਂ ਲੈ ਕੇ 2011 ਤੱਕ ਦਾ ਡਾਟਾ। ਤਾਂ 5 ਡਿਕੇਡਾਂ ਦੇ ਵਿੱਚ ਹਰ ਇੱਕ ਕੰਟਰੀ ਦੇ ਵਿੱਚ ਜਿਹੜਾ ਕਿ ਨੰਬਰ ਆਫ ਸਟੂਡੈਂਟ ਆ ਉਹ ਇਨਕਰੀਜ਼ ਹੀ ਹੋਇਆ। ਤੁਸੀਂ ਦੇਖ ਸਕਦੇ ਹੋ ਹਰ ਇੱਕ ਨੇ ਇਨਕਰੀਜ਼ਿੰਗ ਟਰੈਂਡ ਹੀ ਫੋਲੋ ਕੀਤਾ ਨਾ, ਕਿਸੇ ਦੇ ਵਿੱਚ ਵੀ ਕੋਈ ਟਰੈਂਡ ਘਟੇ ਵਧੇ ਜ਼ਰੂਰ ਨੇ, ਪਰ ਐਟ ਦੀ ਐਂਡ ਉਹ ਆ ਕੇ ਉਹਨਾਂ ਦਾ ਨੰਬਰ ਵਧਿਆ ਹੀ ਆ, ਹੈ ਨਾ। ਤਾਂ ਮਤਲਬ ਕਿ ਹਰ ਇੱਕ ਦੇ ਵਿੱਚ ਇਨਕਰੀਜ਼ਿੰਗ ਟਰੈਂਡ ਆ, ਬਸ ਇੰਨੀ ਗੱਲ ਆਪਾਂ ਲਿਖ ਦੇਣੀ ਹੈ। ਓਵਰਆਲ ਦਾ ਮਤਲਬ ਕੀ ਹੁੰਦਾ ਵੀ ਟਾਸਕ ਦਾ ਸਿੱਟਾ ਕੀ ਆ, ਵੀ ਟਾਸਕ ਦੇ ਵਿੱਚ ਤੁਹਾਨੂੰ ਮੇਨ ਕੀ ਦਿਖਾਈ ਦਿੰਦਾ, ਆਪਾਂ ਨੂੰ ਮੇਨ ਇਹੀ ਦਿਖਾਈ ਦਿੰਦਾ ਵੀ ਚਾਰੇ ਕੰਟਰੀ ਦੇ ਵਿੱਚ ਜਿਹੜਾ ਕਿ ਡਾਟਾ ਗਾ, ਜਿਹੜਾ ਕਿ ਨੰਬਰ ਆ, ਜਿਹੜੀ ਕਿ ਪਰਸੈਂਟੇਜ ਆ ਉਹ ਵਧੀ ਹੈਗੀ, ਹੈ ਨਾ। ਅਤੇ ਇਹੀ ਚੀਜ਼ ਆ ਕੇ ਆਪਾਂ ਓਵਰਆਲ ਦੇ ਵਿੱਚ ਲਿਖ ਦੇਣੀ ਆ। ਕਹਿੰਦਾ ਓਵਰਆਲ ਇਟ ਇਜ਼ ਵਰਥ ਨੋਟਿਸਿੰਗ ਦੈਟ, ਕਹਿੰਦਾ ਇਹ ਦੇਖਣ ਯੋਗ ਆ, ਇਹ ਬਹੁਤ ਹੀ ਵਧੀਆ ਦੇਖਣਾ। ਕਹਿੰਦਾ ਵੀ ਨੰਬਰ ਆਫ ਸਟੂਡੈਂਟਸ ਵਾਜ਼ ਇਨਕਰੀਜ਼ਡ ਇਨ ਆਲ ਕੰਟਰੀਜ਼ ਓਵਰ ਅ ਪੀਰੀਅਡ ਆਫ 5 ਡਿਕੇਡ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਨੰਬਰ ਹੈਗਾ ਸੀ ਬੱਚਿਆਂ ਦਾ ਉਹ ਇਨਕਰੀਜ਼ ਹੋ ਗਿਆ, ਅਤੇ ਕਿੰਨੇ ਟਾਈਮ ਵਿੱਚ ਇਨਕਰੀਜ਼ ਹੋਇਆ, ਓਵਰ ਅ ਪੀਰੀਅਡ ਆਫ 5 ਡਿਕੇਡ। 5 ਡਿਕੇਡਾਂ ਯਾਨੀ ਕਿ 50 ਸਦੀਆਂ, ਸਦੀ ਤਾਂ ਨਹੀਂ ਹੋ ਗਈ ਨਾ, 50 ਮਤਲਬ ਕਿ ਡਿਕੇਡ 50 ਦਹਾਕਿਆਂ ਦੇ, 5 ਦਹਾਕਿਆਂ ਦੇ ਵਿੱਚ, ਹੈ ਨਾ। ਡਿਕੇਡ ਆਪਣੇ 10 ਸਾਲ ਹੁੰਦੇ ਹੈਗੇ। ਅਤੇ ਜਿਹੜੀ ਡਿਕੇਡ ਆ ਉਹ ਕਦੋਂ ਸਟਾਰਟ ਹੋ ਰਹੀ ਆ, 1961 ਤੋਂ, ਜਿਹੜੀ ਉਹ ਮਤਲਬ ਕਿ ਪੀਰੀਅਡ ਕਦੋਂ ਸਟਾਰਟ ਹੋ ਰਿਹਾ, ਸਟਾਰਟਿੰਗ ਫਰੋਮ 1961, ਯਾਨੀ ਕਿ ਪਹਿਲੀ ਡਿਕੇਡ 1961 ਤੋਂ ਸਟਾਰਟ ਹੋ ਰਹੀ ਹੈ। ਅਤੇ ਐਗਜ਼ਾਮੀਨਰ ਆਪੇ ਇੱਥੋਂ ਅੰਡਰਸਟੈਂਡ ਕਰ ਜੂਗਾ ਵੀ ਜਿਹੜੀ ਡਿਕੇਡ ਆ ਉਹ 2011 'ਤੇ ਜਾ ਕੇ ਐਂਡ ਹੋ ਗਈ, ਹੈ ਨਾ। ਇਸ ਤਰੀਕੇ ਨਾਲ ਜਿਹੜਾ ਕਿ ਆਪਣਾ ਓਵਰਆਲ ਵੀ ਆਪਾਂ ਜਿਹੜਾ ਕਿ ਕੰਪਲੀਟ ਕਰ ਦਿੱਤਾ। ਤਾਂ ਹੁਣ ਗੱਲ ਆਉਂਦੀ ਹੈ ਕਿ ਤੁਹਾਡੇ ਡਾਟਾ ਦੇ ਉੱਤੇ ਵੀ ਤੁਸੀਂ ਡਾਟਾ ਨੂੰ ਕਿਸ ਪ੍ਰਕਾਰ ਬਹੁਤ ਹੀ ਸੋਹਣੀ ਲੈਂਗੁਏਜ ਦੇ ਵਿੱਚ, ਬਹੁਤ ਹੀ ਸੋਹਣੀਆਂ ਵੇਰੀਏਸ਼ਨਾਂ ਦੇ ਨਾਲ ਤੁਸੀਂ ਡਾਟਾ ਨੂੰ ਕਿੱਦਾਂ ਮੈਂਸ਼ਨ ਕਰੋਗੇ। ਤਾਂ ਸਭ ਤੋਂ ਪਹਿਲਾਂ ਮੈਂ ਡਾਟਾ ਜਿਹੜਾ ਕਿ ਸਿੰਗਾਪੁਰ ਦਾ ਹੀ ਮੈਂਸ਼ਨ ਕਰੂੰਗਾ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ, ਪਹਿਲਾਂ ਆਪਾਂ ਲਾਈਨ ਪੜ੍ਹ ਕੇ ਜਾਵਾਂਗੇ। ਤਾਂ ਮੈਂ ਤੁਹਾਨੂੰ ਦਿਖਾਉਣਾ ਵੀ ਇੱਥੋਂ ਤੋਂ ਲੈ ਕੇ ਇਹ ਇੱਕ ਲਾਈਨ ਹੀ ਆ, ਇੱਕ ਲਾਈਨ ਦੇ ਵਿੱਚ ਕੁਝ ਕਨੋਟਰ ਲਗਾ ਕੇ, ਕੰਪਲੈਕਸ ਬਣਾ ਕੇ, ਇਹ ਇੱਕ ਲਾਈਨ ਇੱਕ ਹੀ ਆ, ਇਹਦੇ ਵਿੱਚ ਵੇਰੀਏਸ਼ਨ ਤੁਹਾਨੂੰ ਦੇਖਣੀ ਪਊ ਕਿੱਦਾਂ ਦੀ। ਅਤੇ ਕਹਿੰਦਾ ਕਮੈਂਸਿੰਗ ਫਰੋਮ ਸਿੰਗਾਪੁਰ, ਕਹਿੰਦਾ ਜੇ ਸਿੰਗਾਪੁਰ ਤੋਂ ਆਪਾਂ ਸਟਾਰਟ ਕਰਦੇ ਹਾਂ, ਚਲੋ ਜੀ। ਉਹਨਾਂ ਦੀ ਪਰਸੈਂਟਾਈਲ ਆਫ ਸਕਾਲਰ ਵਾਜ਼ 15%, ਕਹਿੰਦਾ 15% ਸੀ ਕਦੋਂ, ਪਹਿਲੇ ਸਾਲ ਦੇ ਵਿੱਚ 1961 ਦੇ ਵਿੱਚ, ਠੀਕ ਹੈ। ਕਹਿੰਦਾ ਵਿਚ ਰੀਚਡ ਐਟ ਅਪਰੋਕਸੀਮੇਟ 37% ਇਨ 1991, ਕਹਿੰਦਾ 1997 ਵਿੱਚ ਉਹ ਹੋ ਗਏ 37%, ਆਫਟਰ ਇਨਕਰੀਜ਼ਡ ਟੂ 30% ਇਨ 1971 ਐਂਡ ਡਿਕਰੀਜ਼ ਟੂ 25% ਇਨ 1981। ਇਹ ਗੱਲ ਦੇਖੋ, ਪਹਿਲਾਂ ਇੰਨੀ ਕੁ ਸਮਝ ਕੇ ਆਉਣਾ ਵੀ ਇਹ ਗੱਲ ਕਿਵੇਂ ਲਿਖੀ ਆ। ਮੈਂ ਉਹਨਾਂ ਨੂੰ ਕਿਹਾ ਵੀ ਆਫਟਰ ਅਤੇ ਬਿਫੋਰ ਦੇ ਨਾਲ ਆਪਾਂ ਕਾਫੀ ਕੁਝ ਕਰ ਸਕਦੇ ਹਾਂ, ਮੈਂ ਤੁਹਾਨੂੰ ਕਈ ਵਾਰ ਸਿਖਾਇਆ ਹੋਇਆ। ਸਟਾਰਟਿੰਗ ਵਿੱਚ 15% ਸੀ, ਅਤੇ ਉਸ ਤੋਂ ਬਾਅਦ ਆਹ ਦੋ ਟਾਟੇ ਮੈਂ ਛੱਡ ਦੇ। ਮੈਂ ਲਿਖਤਾ ਵੀ 1991 ਦੇ ਵਿੱਚ ਰੀਚ ਕਰ ਗਏ ਉਹ ਕਿੰਨੇ 'ਤੇ, 35% ਦੇ ਉੱਤੇ, ਹੈ ਨਾ, ਅਪਰੋਕਸੀਮੇਟ 35% ਹੋ ਗਿਆ। ਅਤੇ 35% ਉਹ ਕਦੋਂ ਪਹੁੰਚਿਆਗਾ, ਆਹ ਚੀਜ਼ ਤੋਂ ਬਾਅਦ ਆਫਟਰ ਲੱਗ ਗਈ। ਜੇ ਆਹ ਦੱਸਣਾ ਹੁੰਦਾ ਆਪਾਂ ਬਿਫੋਰ ਲਾਉਣਾ ਪੈਣਾ ਸੀ, ਇਹ ਜੇ ਹੁਣ ਆਪਾਂ ਆਹ ਡਾਟਾ ਮੈਂਸ਼ਨ ਕਰਨਾ ਤਾਂ ਆਪਾਂ ਆਫਟਰ ਲਾਤਾ। ਮੈਂ ਕਿਹਾ ਵੀ ਆਫਟਰ ਇਨਕਰੀਜ਼ ਟੂ 30% ਇਨ 1971 ਐਂਡ ਆਫਟਰ ਡਿਕਰੀਜ਼ ਟੂ, ਆਫਟਰ ਦਾ ਇੱਕ ਵਾਰੀ ਲਿਖਿਆ ਜਾਣਾ, ਐਂਡ ਡਿਕਰੀਜ਼ ਟੂ 25% ਇਨ 1981। ਇਹ ਆਫਟਰ ਅਤੇ ਬਿਫੋਰ ਵਾਲੀ ਵੇਰੀਏਸ਼ਨ ਹੁੰਦੀ ਹੈ, ਇਹ ਬਹੁਤ ਹੀ ਧਿਆਨ ਦੇ ਨਾਲ ਲਾਉਣੀ ਪੈਂਦੀ ਹੈਗੀ। ਪਿਛਲੇ ਡਾਟੇ ਲਈ ਆਫਟਰ ਲੱਗੂਗਾ, ਜੇ ਆਪਾਂ ਅਗਲਾ ਡਾਟਾ ਮੈਂਸ਼ਨ ਕਰਨਾ ਹੁੰਦਾ ਉਹਨੂੰ ਬਿਫੋਰ ਲਾ ਦਿੰਦੇ। ਆਪਾਂ ਇੱਥੇ ਤੱਕ ਡਾਟਾ ਮੈਂਸ਼ਨ ਕਰਤਾ, ਹੈ ਨਾ। ਤਾਂ ਜਿਹੜਾ ਕਿ ਆਹ ਲਾਈਨ ਦਾ ਡਾਟਾ ਮੈਂਸ਼ਨ ਹੋ ਗਿਆ, ਬਹੁਤ ਹੀ ਕੋਈ ਵੀ ਔਖੀ ਚੀਜ਼ ਨਹੀਂ ਹੈਗੀ ਇਹਦੇ ਵਿੱਚ, ਆਫਟਰ ਬਿਫੋਰ ਹੀ ਲਾਈ ਆ। ਅਤੇ ਅੱਗੇ ਆਪਾਂ ਬਟ ਦਾ ਕਨੈਕਟਰ ਲਗਾ ਕੇ, ਕਹਿੰਦਾ ਬਟ ਮੈਕਸੀਮਮ ਸਟੂਡੈਂਟਸ ਕਿੱਥੇ ਆ, ਕਹਿੰਦਾ ਮੈਕਸੀਮਮ ਸਟੂਡੈਂਟਸ ਵਰ ਇਨ ਲਾਸਟ ਈਅਰ ਦੈਟ ਵਰ 40%। ਲਓ ਜੀ, ਮੈਂ ਤੁਹਾਨੂੰ ਦੱਸਤਾ ਵੀ ਜਿਹੜੇ ਮੈਕਸੀਮਮ ਸਟੂਡੈਂਟ ਸੀ ਉਹ ਲਾਸਟ ਈਅਰ ਦੇ ਵਿੱਚ ਸੀ। ਲਾਸਟ ਈਅਰ ਕਿਹੜਾ ਹੋ ਗਿਆ ਆਪਣਾ
ਜਿਹੜਾ ਕਿ ਆਪਣਾ ਆ ਹੋ ਗਿਆ ਨਾ ਵੀ ਇਹਦੇ ਵਿੱਚ 40% ਸੀ ਹੈ ਨਾ, ਬਸ ਜਿਹੜਾ ਕਿ ਆਹ ਡਾਟਾ ਉਹ ਛੱਡ ਕੇ ਕੋਈ ਚੱਕਰ ਨਹੀਂ, ਇੱਕ ਅੱਧਾ ਡਾਟਾ ਆਪਾਂ ਛੱਡ ਸਕਦੇ ਹਾਂ, ਇਹਦਾ ਕੋਈ ਚੱਕਰ ਨਹੀਂ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਸਮਝਾਇਆ ਨਾ ਵੀ ਸਾਰਾ ਹੀ ਸਮਝਾਉਣ ਲੱਗੇ ਫਿਰ ਟਾਈਮ ਬਹੁਤ ਲੱਗ ਜੂ ਹੈ ਨਾ। ਤਾਂ ਇਹ ਡਾਟਾ ਮੈਂ ਮੈਂਸ਼ਨ ਕਰਤਾ ਇੱਕ ਸਿੰਪਲ ਜੀ ਲਾਈਨ ਦੇ ਵਿੱਚ। ਅਤੇ ਜਿਹੜੀ ਅਗਲੀ ਵੇਰੀਏਸ਼ਨ ਆ, ਅਗਲਾ ਡਾਟਾ ਗਾ ਉਹ ਮੈਂ ਕੰਟਰੀ ਦਾ ਮੈਂਸ਼ਨ ਕਰੂੰਗਾ, ਉਹ ਮੈਂ ਮੈਂਸ਼ਨ ਕਰੂੰਗਾ ਮੈਂ ਥਾਈਲੈਂਡ ਦਾ ਮੇ ਵੀ ਦੇਖ ਲੈਂਦੇ ਆਂਗੇ। ਤਾਂ ਮੈਂ ਇੱਥੋਂ ਟਾਈਮ ਪੀਰੀਅਡ ਤੋਂ ਲਾਈਨ ਸਟਾਰਟ ਕਰ ਲਈ। ਮੈਂ ਉਹਨਾਂ ਨੂੰ ਕਿਹਾ ਵੀ ਡੂਰਿੰਗ ਦਾ ਪੀਰੀਅਡ ਫਰੋਮ 1961 ਟੂ 90 ਵੀ ਮੈਂ ਉਹਨਾਂ ਨੂੰ ਕਿਹਾ ਵੀ 1961 ਤੋਂ ਲੈ ਕੇ 1991 ਦੇ ਵਿੱਚ ਦੀ ਰੇਸ਼ੋ ਕੀ ਹੁੰਦੀ ਹੈ, ਪਰਸੈਂਟੇਜ ਦਾ ਸਿਨੋਨਿਮ ਆ ਯੂਨੀਵਰਸ ਸਟੂਡੈਂਟਸ ਰੇਂਜ ਬਿਟਵੀਨ 20% ਟੂ 25% ਇਨ ਥਾਈਲੈਂਡ। ਲਓ ਜੀ, ਥਾਈਲੈਂਡ ਦਾ ਡਾਟਾ ਮੈਂਸ਼ਨ ਕਰ ਰਿਹਾ ਮੈਂ। ਉਹਨਾਂ ਨੂੰ ਕਿਹਾ ਵੀ 1961 ਤੋਂ ਲੈ ਕੇ 91 ਤੱਕ ਜਿਹੜਾ ਕਿ ਪਰਸੈਂਟੇਜ ਸੀ ਉਹ ਰੇਂਜ ਕਰ ਰਹੀ ਸੀ 20 ਤੋਂ ਲੈ ਕੇ 20 ਤੋਂ 25% ਦੇ ਵਿੱਚ। ਇਹ ਦੇਖੋ ਧਿਆਨ ਦੇ ਨਾਲ ਕਿਵੇਂ ਲਿਖਿਆ, 1961 ਤੋਂ ਲੈ ਕੇ ਜਾਣੀ ਕਿ ਇੱਥੋਂ ਤੋਂ ਲੈ ਕੇ ਇੱਥੇ ਤੱਕ, ਠੀਕ ਹੈ। ਤਾਂ ਇੱਥੇ ਮਤਲਬ ਕਿ ਮੈਕਸੀਮਮ ਪੁਆਇੰਟ ਕਿਹੜਾ ਗਾ 25 ਹੈਗਾ, ਅਤੇ ਮਿਨੀਮਮ ਕਿੰਨਾ ਗਾ 20 ਆ, ਅਤੇ 4 ਸਾਲਾਂ ਦਾ ਪੀਰੀਅਡ ਹੋ ਗਿਆ। ਅਤੇ ਡਾਟਾ ਵੀ ਆਪਣਾ ਜਿਹੜਾ ਕਿ ਥਾਈਲੈਂਡ ਦਾ ਹੀ ਆ। ਸਿੱਧੀ ਆਪਾਂ ਗੱਲ ਦੱਸਤੀ ਵੀ ਜਿਹੜਾ ਕਿ ਡਾਟਾ ਰੇਂਜ ਕਰ ਰਿਹਾ ਸੀ ਵੀ ਇਹਦੇ ਵਿੱਚ ਰਹਿ ਰਿਹਾ ਸੀ ਨਾ 20 ਤੋਂ 25% ਦੇ ਵਿੱਚ। ਤਾਂ ਇਹ ਰੇਂਜਬਿਲਟੀ ਵਾਲੀ ਵੇਰੀਏਸ਼ਨ ਹੋ ਗਈ, ਪਰ ਪਿੱਛੇ ਡਾਟਾ ਥੋੜ੍ਹਾ ਜਿਹਾ ਹੋਰ ਬਚ ਗਿਆ। ਇਹਨੂੰ ਆਪਾਂ ਲਿਖ ਦਾਂਗੇ ਵੀ ਬਟ ਇਨ ਲਾਸਟ ਈਅਰਸ ਇਟ ਇਨਕਰੀਜ਼ਡ ਡਰਾਮੈਟਿਕਲੀ, ਅਤੇ ਲਾਸਟ ਜਿਹੜੇ ਪੁਆਇੰਟ ਦੇ ਉੱਤੇ ਪਹੁੰਚੇ ਆ ਉਹਨੂੰ ਮੈਂਸ਼ਨ ਕਰ ਦਾਂਗੇ। ਤਾਂ ਦੇਖੋ ਮਾੜਾ ਜਾ ਕੇ ਕਹਿੰਦਾ ਵੀ ਇੱਥੇ ਤੱਕ ਹੋ ਗਿਆ। ਕਹਿੰਦਾ ਵੇਅਰ ਐਜ਼ ਫਿਗਰ ਇਨਕਲਾਈਨਡ ਡਰਾਮੈਟਿਕਲੀ ਯਾਨੀ ਕਿ ਤੇਜ਼ੀ ਨਾਲ, ਜਿਵੇਂ ਕਿ ਲਾਈਨ ਸਿੱਧੀ ਜੀ ਹੈ ਨਾ, ਉਹ ਤਾਂ ਇਹਨੂੰ ਡਰਾਮੈਟਿਕਲੀ ਕਹਿ ਦਿੰਦੇ ਹੁੰਦੇ ਆ। ਐਂਡ ਪੀਕਡ ਐਟ 43% ਇਨ 2011। ਪੀਕਡ ਐਟ ਯਾਨੀ ਕਿ ਜਿਹੜਾ ਹਾਈਐਸਟ ਪੁਆਇੰਟ ਹੁੰਦਾ ਉਹਨੂੰ ਪੀਕ ਕਹਿ ਦਿੰਦੇ ਹੁੰਦੇ ਆ ਨਾ। ਤਾਂ ਇਹ ਡਾਟਾ ਵੀ ਮੈਂਸ਼ਨ ਹੋ ਗਿਆ। ਬਹੁਤ ਹੀ ਸੌਖੇ ਤਰੀਕੇ ਨਾਲ ਇਸ ਡਾਟਾ ਨੂੰ ਵੀ ਮੈਂ ਮੈਂਸ਼ਨ ਕਰ ਚੁੱਕਿਆ। ਅਤੇ ਉਸ ਤੋਂ ਬਾਅਦ ਮੈਂ ਇੱਕ ਰਿਸਪੈਕਟਿਵਲੀ ਵਾਲੀ ਵੇਰੀਏਸ਼ਨ ਵੀ ਜ਼ਰੂਰ ਚੂਜ਼ ਕਰੂੰਗਾ। ਅਤੇ ਡਾਟਾ ਕਿਹੜੀ ਕੰਟਰੀ ਦਾ ਮੈਂ ਲਾਇਆ, ਅੱਗੇ ਆਪਾਂ ਲਾ ਰਹੇ ਹਾਂ ਮਲੇਸ਼ੀਆ ਨੂੰ ਮੈਂਸ਼ਨ ਕਰਾਂਗੇ। ਤਾਂ ਪਹਿਲਾਂ ਆਪਾਂ ਲਾਈਨ ਪੜ੍ਹ ਲੈਂਦੇ ਹਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਡਾਟਾ ਦਿਖਾਊਂਗਾ ਵੀ ਕਿੱਦਾਂ ਸ਼ੋਅ ਕੀਤਾ ਗਿਆ। ਕਹਿੰਦਾ ਆਫਟਰ ਐਨਾਲਾਈਜ਼ਿੰਗ ਦਾ ਫਰਦਰ ਡਾਟਾ ਇਟ ਇਜ਼ ਅਪੇਰੈਂਟ ਦੈਟ ਦੀ ਪਰਸੈਂਟਮ ਆਫ ਲਰਨਰ ਸਟੂਡੈਂਟ ਹੀ ਹੋ ਗਏ ਇਨ ਮਲੇਸ਼ੀਆ। ਲਓ ਜੀ, ਮਲੇਸ਼ੀਆ ਦੇ ਵਿੱਚ ਬਾਅਦ 3%, 10% ਐਂਡ 12% ਇਨ 1961, 1971 ਐਂਡ 1981 ਰਿਸਪੈਕਟਿਵਲੀ। ਲਓ ਜੀ, ਇਹਦੇ ਵਿੱਚ ਤਾਂ ਕੋਈ ਵੀ ਤੁਹਾਨੂੰ ਡਿਫੀਕਲਟ ਚੀਜ਼ ਹੀ ਨਹੀਂ ਹੈਗੀ। ਰਿਸਪੈਕਟਿਵਲੀ ਵਾਲੀ ਵੇਰੀਏਸ਼ਨ ਤਾਂ ਸਿੱਧੀ ਲੱਗ ਜਾਣੀ ਆ ਹੈ ਨਾ। ਤਾਂ ਇੱਕ ਚੀਜ਼ ਸੇਮ ਰਹਿਣੀ ਚਾਹੀਦੀ ਆ। ਸੇਮ ਆਪਣੇ ਕੋਲ ਕੀ ਸੀ, ਕੰਟਰੀ ਦਾ ਨਾਮ ਸੀ ਮਲੇਸ਼ੀਆ, ਅਤੇ ਜਿਹੜੀ ਚੀਜ਼ ਸੇਮ ਹੁੰਦੀ ਆ ਉਹ ਸਟਾਰਟਿੰਗ ਵਿੱਚ ਲਿਖੀ ਜਾਂਦੀ ਹੁੰਦੀ ਆ ਹੈ ਨਾ। ਐਂ ਨਹੀਂ ਹੋਊਗਾ ਵੀ ਇੱਥੇ ਤੁਸੀਂ ਇਨ ਮਲੇਸ਼ੀਆ ਪਾ ਕੇ ਬਾਅਦ 'ਚੋਂ ਪਿੱਛੇ ਰਿਸਪੈਕਟਿਵਲੀ ਲਿਖ ਦਿਓ ਨਾ, ਫਿਰ ਬੰਦਾ ਉਲਝ ਜਾਂਦਾ ਹੁੰਦਾ। ਜਿਹੜੀ ਸੇਮ ਵਾਲੀ ਚੀਜ਼ ਹੁੰਦੀ ਹੈ, ਜਿਵੇਂ ਕਿ ਮਲੇਸ਼ੀਆ ਸੀ, ਉਹਨੂੰ ਸਟਾਰਟਿੰਗ ਦੇ ਵਿੱਚ ਲਿਖੋ ਹੈ ਨਾ, ਡਾਟਾ ਸ਼ੋਅ ਕਰਨ ਤੋਂ ਪਹਿਲਾਂ। ਤਾਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਵੀ ਦੇਣਾ ਜਾ ਕੇ ਵੀ 3, 10 ਅਤੇ 12 ਕਿਵੇਂ ਆ। ਜਿਵੇਂ ਕਿ ਮਲੇਸ਼ੀਆ ਦਾ ਡਾਟਾ ਮੈਂਸ਼ਨ ਕੀਤਾ ਜਾ ਰਿਹਾ, ਅਤੇ ਮਲੇਸ਼ੀਆ ਦੀ ਲਾਈਨ ਕਿਹੜੀ ਆਪਣੀ ਆਹ ਗਈ ਨਾ 3, 10 ਅਤੇ ਆਲਮੋਸਟ 12 ਹੈ ਨਾ, ਇਹ ਹੋ ਗਿਆ। ਅਤੇ ਉਸ ਤੋਂ ਬਾਅਦ ਅੱਗੇ ਆਪਾਂ ਡਾਟਾ ਕਿਵੇਂ ਸ਼ੋਅ ਕੀਤਾ ਰਿਸਪੈਕਟਿਵਲੀ ਲਾਉਣ ਤੋਂ ਬਾਅਦ, ਕਹਿੰਦਾ ਵੇਅਰ ਐਜ਼ ਦਾ ਰੇਸ਼ੋ ਰਿਮੇਨਡ ਆਈਡੈਂਟੀਕਲ ਇਨ ਲਾਸਟ 30 ਈਅਰਸ। ਕਹਿੰਦਾ ਲਾਸਟ ਜੇ 30 ਸਾਲਾਂ ਦੀ ਗੱਲ ਕਰੀਏ ਉਹਦੇ ਵਿੱਚ ਜਿਹੜਾ ਕਿ ਰੇਸ਼ੋ ਆ ਗਈ ਉਹ ਆਪਣੀ ਆਈਡੈਂਟੀਕਲ ਹੀ ਰਹੀ ਹੈਗੀ। ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਆਹ ਵਾਲੀ ਲਾਈਨ ਸੀ ਆਪਣੀ, ਤਾਂ ਲਾਸਟ ਜਿਹੜੇ 30 ਸਾਲ ਨੇ ਇਹਨਾਂ ਵਿੱਚ ਜਿਹੜਾ ਕਿ ਡਾਟਾ ਸੇਮ ਰਿਹਾ। ਤਾਂ ਕਿ ਆਈਡੈਂਟੀਕਲ ਵਾਲੀ ਵੇਰੀਏਸ਼ਨ ਵੀ ਹੋ ਗਈ ਨਾਲ ਹੀ, ਅਤੇ ਨਾਲ ਦੀ ਨਾਲ ਜਿਹੜੀ ਵੇਰੀਏਸ਼ਨ ਆਪਣੀ ਉਹ ਵੀ ਲੱਗ ਗਈ। ਕਿਹੜੀ ਲੱਗ ਗਈ, ਆਪਣੀ ਰੇਂਜ ਬਿਟਵੀਨ ਵਾਲੀ ਨਾ, ਰੇਂਜ ਵਾਲੀ ਨਹੀਂ ਲੱਗੀ, ਉਹ ਲੱਗੀ ਰਿਸਪੈਕਟਿਵਲੀ ਵਾਲੀ ਹੈ ਨਾ। 2 ਵੇਰੀਏਸ਼ਨਾਂ ਦੇ ਵਿੱਚ ਆਪਾਂ ਡਾਟਾ ਜਿਹੜਾ ਕਵਰ ਕਰਤਾ। ਤਾਂ ਇਹ ਚੀਜ਼ ਵੀ ਆਪਣੀ ਹੋ ਗਈ। ਅਤੇ ਹੁਣ ਆਪਣਾ ਰਹਿ ਗਿਆ ਡਾਟਾ ਜੀ, ਇੱਕ ਜਿਹੜੀ ਕੰਟਰੀ ਆ ਉਹ ਹੈਗੀ ਆ ਫਿਲੀਪਾਈਨਸ ਦਾ ਡਾਟਾ ਰਹਿ ਗਿਆ। ਹੁਣ ਫਿਲੀਪਾਈਨਸ ਦੇ ਲਈ ਆਪਣੇ ਕੋਲ ਦੇਖਦੇ ਹਾਂ ਕਿਹੜੀ ਵੇਰੀਏਸ਼ਨ ਲਾਈ ਆ। ਕਹਿੰਦਾ ਆਫਟਰ ਬਿਗਿਨਿੰਗ ਐਟ, ਆਹ ਲਓ ਜੀ, ਲਾਸਟਲੀ ਦਾ ਕਨੈਕਟਰ ਲੱਗਿਆ ਹੋਇਆ। ਕਹਿੰਦਾ ਆਫਟਰ ਬਿਗਿਨਿੰਗ ਫਰੋਮ 7%। ਕਹਿੰਦਾ 7% ਤੋਂ ਸ਼ੁਰੂ ਹੋ ਕੇ ਦੀ ਨੰਬਰ ਆਫ ਸਟੂਡੈਂਟਸ ਇਨ ਫਿਲੀਪਾਈਨਸ ਫੋਲੋਡ ਅ ਇਨਕਲਾਈਨਿੰਗ ਟਰੈਂਡ ਟਿਲ ਦਾ ਲਾਸਟ ਈਅਰ। ਮਤਲਬ ਕਿ ਜਿਹੜਾ ਫਿਲੀਪਾਈਨ ਦੇ ਵਿੱਚ ਸਟੂਡੈਂਟਸ ਦਾ ਨੰਬਰ ਸੀ ਉਹਨੇ ਇਨਕਲਾਈਨਿੰਗ ਟਰੈਂਡ ਹੀ ਫੋਲੋ ਕੀਤਾ ਲਾਸਟ ਸਾਲ ਤੱਕ ਹੈ ਨਾ। ਐਂਡ ਪਰਸੈਂਟਮ ਵਾਜ਼ ਅਪਰੋਕਸ 15% ਇਨ ਲੇਟਰ ਈਅਰ। ਲਓ ਜੀ, ਬਸ ਇੰਨੀ ਕੁ ਗੱਲ ਦੇ ਵਿੱਚ ਆਪਾਂ ਗੱਲ ਨਿਬੇੜਤੀ ਵੀ 7% ਤੋਂ ਸ਼ੁਰੂਆਤ ਹੋਈ ਸੀ, ਅਤੇ ਸਾਰੇ ਸਾਲਾਂ ਵਿੱਚ ਇਨਕਰੀਜ਼ਿੰਗ ਟਰੈਂਡ ਹੀ ਫੋਲੋ ਕੀਤਾ, ਅਤੇ ਲਾਸਟ ਦੇ ਵਿੱਚ ਜਾ ਕੇ 15% ਰਹਿ ਗਈ ਹੈ ਨਾ, 15% ਹੋ ਗਈ। ਯਾਨੀ ਕਿ ਆਹ 7% ਸੀ, ਅਤੇ ਇਸ ਤੋਂ ਬਾਅਦ ਇਨਕਲਾਈਨਿੰਗ ਟਰੈਂਡ ਹੀ ਦੇਖਣ ਨੂੰ ਮਿਲਿਆ। ਇਹ ਅਤੇ ਲਾਸਟ ਵਿੱਚ ਆ ਕੇ ਆਪਣੀ ਅਪਰੋਕਸੀਮੇਟ 15% ਹੋ ਗਈ, ਅਤੇ ਵਿਚਲੇ ਨੂੰ ਲਿਖਤਾ ਵੀ ਫੋਲੋਇੰਗ ਇਨਕਲਾਈਨਿੰਗ ਟਰੈਂਡ। ਤਾਂ ਸਿੰਪਲ ਜਿਹੀਆਂ ਵੇਰੀਏਸ਼ਨਾਂ ਨੇ, ਰਿਸਪੈਕਟਿਵਲੀ ਦੀ ਵੇਰੀਏਸ਼ਨ ਲੱਗੀ ਹੋਈ ਆ, ਰੇਂਜ ਬਿਟਵੀਨ ਦੀ ਵੇਰੀਏਸ਼ਨ ਲੱਗੀ ਹੋਈ ਆ। ਉਸ ਤੋਂ ਇਲਾਵਾ ਜਿਹੜੀ ਆਪਣੀ ਵੇਰੀਏਸ਼ਨ ਲੱਗੀ ਹੋਈ ਆ ਪੀਕ ਡਾਟਾ ਵਾਲੀ, ਆਫਟਰ ਬਿਫੋਰ ਵਾਲੀ ਵੇਰੀਏਸ਼ਨ ਵੀ ਹੈਗੀ ਆ, ਇਨਕਲਾਈਨਿੰਗ ਟਰੈਂਡ ਵੀ ਦੱਸਦਾ, ਸਭ ਕੁਝ ਮਤਲਬ ਕਿ ਆਪਾਂ ਇਹਦੇ ਵਿੱਚ ਰਿਮੇਨ ਸੇਮ ਵਾਲੀ ਵੇਰੀਏਸ਼ਨ ਵੀ ਲੱਗੀ ਹੋਈ ਆ। ਇਸ ਤਰੀਕੇ ਨਾਲ ਹੋ ਸਕਦਾ ਤੁਹਾਡਾ ਜਿਹੜਾ ਕਿ ਟਾਸਕ 1, ਜਿਹੜੀ ਕਿ ਗੱਲ ਬਿਲਕੁਲ ਵੀ ਔਖੀ ਨਹੀਂ। ਤਾਂ ਤੁਹਾਨੂੰ ਬਸ ਥੋੜ੍ਹੀਆਂ ਵੇਰੀਏਸ਼ਨਾਂ ਇੱਧਰ ਉੱਧਰ ਕਰਨੀਆਂ ਆਉਣੀਆਂ ਚਾਹੀਦੀਆਂ ਨੇ। ਤੁਸੀਂ ਈਜ਼ਲੀ ਤਰੀਕੇ ਦੇ ਨਾਲ ਜਿਹੜਾ ਕਿ ਟਾਸਕ 1 ਆਪਣਾ ਕੰਪਲੀਟ ਕਰ ਸਕਦੇ ਹੋ। ਮੈਂ ਬਹੁਤ ਚੀਜ਼ਾਂ ਮੈਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ,
ਪਰ ਹਜੇ ਥੋੜ੍ਹਾ ਜਿਹਾ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਹਾਲਾਤ ਕੀ ਨੇ। ਜੇ ਸਭ ਕੁਝ ਵਧੀਆ ਹੁੰਦਾ ਤਾਂ ਹੋਰ ਵੀ ਬਹੁਤ ਵਧੀਆ ਤਰੀਕੇ ਨਾਲ ਹੁਣ ਮੈਨੂੰ, ਕਿਉਂਕਿ ਟਾਸਕ 1 ਮੈਂ ਕਾਫੀ ਟਾਈਮ ਲਿਖਿਆ ਹੀ ਨਹੀਂ ਸੀ ਹੈ ਨਾ। ਕਿੰਨਾ ਟਾਈਮ ਹੋ ਗਿਆ ਵੀ ਹੁਣ ਮੈਨੂੰ 2 ਮਹੀਨੇ ਹੋ ਗਏ ਮੇਰਾ ਆਇਲਸ ਕਲੀਅਰ ਕੀਤੇ ਨੂੰ। ਟਾਸਕ 1 ਮੈਂ ਬਹੁਤ ਘੱਟ ਲਿਖੇ ਨੇ, ਮਤਲਬ ਕਿ ਜਿਹੜਾ ਲਿੰਕ ਜਿਹਾ ਉਹ ਟੁੱਟਿਆ ਹੋਇਆ ਸੀ, ਪਰ ਹੁਣ ਉਸ ਲਿੰਕ ਦੁਬਾਰਾ ਬਣ ਰਿਹਾ। ਅਤੇ ਅੱਜ ਇਹ ਟਾਸਕ ਮੈਂ ਲਿਖਿਆ, ਮੈਨੂੰ ਖੁਦ ਨੂੰ ਵੀ ਲੱਗਿਆ ਵੀ ਹਾਂ ਵੀ ਵਧੀਆ ਵੇਰੀਏਸ਼ਨ ਮੈਂ ਇਹਦੇ ਵਿੱਚ ਯੂਜ਼ ਕੀਤੀਆਂ ਨੇ, ਵਧੀਆ ਇਫੈਕਟਿਵਲੀ ਤਰੀਕੇ ਨਾਲ ਜਿਹੜਾ ਕਿ ਟਾਸਕ 1 ਮੈਂ ਲਿਖਿਆ। ਆਲਮੋਸਟ 2 ਬੈਂਡ ਦਾ ਟਾਸਕ 1 ਇਹ ਹੈਗਾ ਗਾ। ਅਤੇ 2.5 ਬੈਂਡ ਤੱਕ ਜਾਣਾ ਫਿਰ ਵੇਰੀਏਸ਼ਨਾਂ ਥੋੜ੍ਹੀਆਂ ਜਿਹੀਆਂ ਕੰਪਲੈਕਸ ਆ ਜਾਂਦੀਆਂ ਹੁੰਦੀਆਂ ਨੇ, ਆਉਣ ਨੂੰ ਆ ਵੀ ਸਕਦੇ ਆ 2.5 ਬੈਂਡ, ਕੋਈ ਐਡੀ ਗੱਲ ਨਹੀਂ ਹੈਗੀ। ਚਲੋ ਆਪਾਂ ਨੈਕਸਟ ਮੂਵ ਕਰਦੇ ਹਾਂ ਆਪਣੇ ਟਾਸਕ 2 ਦੇ ਚੈਪਟਰ ਦੇ ਉੱਤੇ। ਟਾਸਕ 2 ਆਪਣੇ ਕੋਲ ਅੱਜ ਐਡਵਾਂਟੇਜ ਆਊਟਵੇ ਡਿਸਐਡਵਾਂਟੇਜ ਵਾਲਾ ਗਾ। ਕਹਿੰਦਾ ਇਨ ਮੈਨੀ ਕੰਟਰੀਜ਼, ਮੈਂ ਤੁਹਾਨੂੰ ਦੱਸਦਾ ਹੁੰਦਾ ਵੀ ਐਂ ਨਾ ਕਰਿਆ ਕਰੋ ਵੀ ਸਰ, ਮਤਲਬ ਕਿ ਮੈਂ ਤੁਹਾਨੂੰ ਸੀਰੀਅਸਲੀ ਇਹ ਗੱਲ ਦੱਸਾਂ, ਟਾਈਪ ਤੁਹਾਡੀ ਡਿਸਕਸ ਨਹੀਂ ਕਰਦੀ, ਤੁਹਾਨੂੰ ਸਟਰਕਚਰ ਮੈਂ ਪ੍ਰੋਵਾਈਡ ਕਰਵਾਈਆਂ ਹੋਈਆਂ ਨੇ। ਸਟਰਕਚਰ ਇੱਕ ਵਾਰੀ ਸਿੱਖ ਜਾਓ, ਬਾਕੀ ਸਭ ਕੁਝ ਰਾਈਟਿੰਗ ਸੇਮ ਹੀ ਆ। ਤੁਹਾਨੂੰ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਡਾਊਟ ਹੁੰਦਾ ਵੀ ਆਹ ਟਾਈਪ ਕਰਵਾਓ, ਕੋਈ ਡਿਫਰੈਂਸ ਨਹੀਂ ਹੈਗਾ। ਬਸ ਉਹ ਲਾਈਨਾਂ ਦਾ ਹੀ ਡਿਫਰੈਂਸ ਆ। ਉਹ ਤੁਹਾਡੀ ਥੀਸਿਸ ਲਾਈਨ ਡਿਫਰੈਂਟ ਆ, ਇੱਕ BP ਨੂੰ ਸਟਾਰਟ ਕਰਨ ਦੀ, ਇੱਕ ਸੈਕਿੰਡ BP ਨੂੰ ਸਟਾਰਟ ਕਰਨ ਦਾ ਜਿਹੜਾ ਵੇ ਅਲੱਗ ਆ। ਬਾਕੀ ਸਭ ਕੁਝ ਸੇਮ ਆ, ਰਾਈਟਿੰਗ ਤੁਹਾਡੀ ਸਾਰੀ ਸੇਮ ਆ। 7 ਟਾਈਪਾਂ ਤਾਂ ਉਹਨਾਂ ਨੇ ਬਸ ਬਣਾਤੀਆਂ, ਬਾਕੀ ਉਹਦੇ ਵਿੱਚ ਸਾਰਾ ਕੁਝ ਸੇਮ ਆ। ਤੁਹਾਨੂੰ ਪੈਟਰਨ ਪਤਾ ਹੋਣਾ ਚਾਹੀਦਾ ਹੈ ਨਾ। ਪੈਟਰਨ ਜੇ ਤੁਹਾਨੂੰ ਆਉਂਦਾ ਤਾਂ ਫਿਰ ਕੋਈ ਮਰਜ਼ੀ ਟਾਈਪ ਹੋਵੇ ਉਹਦੇ ਕੋਲ ਤੁਸੀਂ ਬਿਲਕੁਲ ਸਭ ਕੁਝ ਸਿੱਖ ਸਕਦੇ ਹੋ ਹੈ ਨਾ। ਅਤੇ ਅੱਜ ਵਾਲਾ ਟਾਸਕ ਆਪਣੇ ਕੋਲ ਕੀ ਆ, ਕਹਿੰਦਾ ਇਨ ਮੈਨੀ ਕੰਟਰੀਜ਼ ਪਲਾਸਟਿਕ ਕੰਟੇਨਰਸ ਹੈਵ ਬਿਕਮ ਮੋਰ ਕਾਮਨ। ਮੈਂ ਕਿਹਾ ਵੀ ਪਲਾਸਟਿਕ ਦੇ ਜਿਹੜੇ ਕੰਟੇਨਰ ਨੇ ਉਹ ਕਾਮਨ ਬਣ ਚੁੱਕੇ ਆ ਹੈ ਨਾ। ਦੈਨ ਐਵਰ, ਮਤਲਬ ਕਿ ਐਵਰ ਤੋਂ ਮਤਲਬ ਕਿ ਪਹਿਲਾਂ ਦੇ ਨਾਲੋਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਕਾਮਨ ਹੋ ਗਏ ਹੈ ਨਾ। ਐਂਡ ਯੂਜ਼ਡ ਬਾਏ ਮੈਨੀ ਫੂਡ ਐਂਡ ਡਰਿੰਕ ਕੰਪਨੀ, ਅਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਕਿਹਨਾਂ ਦੇ ਵੱਲੋਂ, ਫੂਡ ਅਤੇ ਡਰਿੰਕ ਕੰਪਨੀਜ਼ ਦੇ ਵੱਲੋਂ। ਡੂ ਯੂ ਥਿੰਕ ਐਡਵਾਂਟੇਜ ਆਊਟਵੇ ਡਿਸਐਡਵਾਂਟੇਜ, ਯਾਨੀ ਕਿ ਆਹ ਟਰੈਂਡ ਦੀਆਂ ਐਡਵਾਂਟੇਜ ਜ਼ਿਆਦਾ ਨੇ ਜਾਂ ਫਿਰ ਡਿਸਐਡਵਾਂਟੇਜ ਜ਼ਿਆਦਾ ਨੇ ਹੈ ਨਾ। ਹੁਣ ਜੇ ਆਪਾਂ ਗੱਲ ਕਰੀਏ ਵੀ ਆਹ ਜਿਹੜਾ ਟਾਸਕ ਆ ਇਹਦੀਆਂ ਆਪਾਂ ਨੂੰ ਗੱਲ ਕਹਿਣਾ ਕੀ ਚਾਹੁੰਦਾ ਵੀ ਜਿਹੜੇ ਪਲਾਸਟਿਕ ਦੇ ਕੰਟੇਨਰ ਨੇ, ਬੋਤਲਾਂ ਨੇ ਵੀ ਉਹ ਕਾਫੀ ਕਾਮਨ ਹੋ ਗਈਆਂ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਫੂਡ ਅਤੇ ਜਿਹੜੀ ਡਰਿੰਕ ਕੰਪਨੀਜ਼ ਨੇ ਨਾ ਉਹ ਇਹਨੂੰ ਯੂਜ਼ ਕਰ ਰਹੀਆਂ ਨੇ। ਤਾਂ ਉਹ ਤਾਂ ਆਪਾਂ ਤੋਂ ਪੁੱਛ ਰਿਹਾ ਵੀ ਇਹਦੀਆਂ ਐਡਵਾਂਟੇਜ ਜ਼ਿਆਦਾ ਨੇ ਜਾਂ ਫਿਰ ਡਿਸਐਡਵਾਂਟੇਜ ਜ਼ਿਆਦਾ ਨੇ। ਉਹ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਧਰ ਨੂੰ ਜਾਓਗੇ। ਇਹਦਾ ਕੋਈ ਵੀ ਇਹ ਤੁਹਾਡੇ ਟਾਸਕ ਦੇ ਉੱਤੇ ਇਫੈਕਟ ਨਹੀਂ ਪਊਗਾ ਹੈ ਨਾ। ਵੀ ਜੇ ਤੁਸੀਂ ਇਹ ਕਹਿ ਦਿੰਦੇ ਹੋ ਵੀ ਇਹਦੀਆਂ ਐਡਵਾਂਟੇਜ ਜ਼ਿਆਦਾ ਨੇ, ਵੀ ਐਗਜ਼ਾਮੀਨਰ ਤੁਹਾਨੂੰ ਕਹੂਗਾ ਵੀ ਲੈ ਵੀ ਤੂੰ ਤਾਂ ਐਂ ਕਹਿ ਰਿਹਾ ਵੀ ਪਲਾਸਟਿਕ ਦਾ ਆਪਣੀ ਦੁਨੀਆ ਦੇ ਲਈ ਖਤਰਾ ਹੈਗਾ, ਵੀ ਤੂੰ ਕਹਿ ਰਿਹਾ ਵੀ ਇਹਦੀ ਐਡਵਾਂਟੇਜ ਜ਼ਿਆਦਾ ਨੇ। ਇਹ ਚੀਜ਼ ਦਾ ਮੈਟਰ ਨਹੀਂ ਪਊਗਾ ਤੁਹਾਡੇ ਟਾਸਕ ਦੇ ਵਿੱਚ। ਉਹਨੇ ਤੁਹਾਡੀ ਜਿਹੜੀ ਕਿ ਰਾਈਟਿੰਗ ਹੀ ਚੈੱਕ ਕਰਨੀ ਆ ਵੀ ਤੁਸੀਂ ਕਿੰਨੇ ਇਫੈਕਟਿਵ ਵੇ ਦੇ ਨਾਲ ਆਪਣਾ ਜਿਹੜਾ ਕਿ ਟਾਸਕ ਉਹ ਲਿਖ ਸਕਦੇ ਹੋ। ਜੇ ਤੁਹਾਨੂੰ ਲੱਗਦਾ ਵੀ ਇਹਦੀਆਂ ਐਡਵਾਂਟੇਜ ਜ਼ਿਆਦਾ ਨੇ ਤਾਂ ਤੁਸੀਂ ਕਹਿ ਸਕਦੇ ਹੋ ਇਸ ਐਡਵਾਂਟੇਜ ਆਊਟ ਨੰਬਰ ਇਟਸ ਡਿਸਐਡਵਾਂਟੇਜ ਹੈ ਨਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਪਰ ਹੁਣ ਆਪਾਂ ਜੇ ਗੱਲ ਕਰੀਏ ਵੀ ਇਹਦੀ ਐਡਵਾਂਟੇਜ ਕੀ ਹੋ ਸਕਦੀ ਹੈ, ਪਲਾਸਟਿਕ ਬੋਟਲ 'ਚ ਆਪਾਂ ਯੂਜ਼ ਕਰ ਦਿਆਂਗੇ ਤਾਂ ਇਹਦੀਆਂ ਐਡਵਾਂਟੇਜ ਕੀ ਹੋਣਗੀਆਂ। ਇਹਦੀ ਐਡਵਾਂਟੇਜ ਸਭ ਤੋਂ ਪਹਿਲਾਂ ਤਾਂ ਇਹ ਕਹਿ ਸਕਦੇ ਹਾਂ ਵੀ ਇਹ ਸਸਤਾ ਹੁੰਦਾ, ਚੀਪਰ ਹੁੰਦਾ ਹੈ ਨਾ। ਵੀ ਮਤਲਬ ਕਿ ਈਜ਼ਲੀ ਜਿਹੜਾ ਕਿ ਅਵੇਲੇਬਲ ਹੋ ਜਾਂਦਾ ਗਾ ਮਾਰਕੀਟ ਦੇ ਵਿੱਚ। ਅਤੇ ਉਸ ਤੋਂ ਬਾਅਦ ਦੂਸਰੀ ਐਡਵਾਂਟੇਜ ਆਪਾਂ ਕੀ ਦੱਸ ਸਕਦੇ ਹਾਂਗੇ, ਦੂਸਰੀ ਐਡਵਾਂਟੇਜ ਇਹ ਦੱਸ ਸਕਦੇ ਹਾਂਗੇ ਵੀ ਇਹ ਜਿਹੜੇ ਈਜ਼ਲੀ ਬ੍ਰੇਕ ਨਹੀਂ ਹੁੰਦੇ ਹੈ ਨਾ, ਵੀ ਟੁੱਟਦੇ ਨਹੀਂ ਹੈਗੇ। ਜੇ ਆਪਾਂ ਇਹਦੇ ਕੰਪੈਰੀਜ਼ਨ ਦੇ ਨਾਲ ਦੂਜੀਆਂ ਮੈਟਲਸ ਦੇ ਪ੍ਰੋਡਕਟ ਦੇਖੀਏ, ਜਾਣੀ ਕਿ ਗਲਾਸ ਜਿਹੜਾ ਕਿ ਆਪਣਾ ਕੱਚ ਹੋ ਗਿਆ ਨਾ, ਉਹਦੇ ਪ੍ਰੋਡਕਟ ਦੇਖੀਏ ਜਾਂ ਕੋਈ ਵੀ ਹੋਰ ਮੈਟਲ ਆ ਗਈ, ਵੀ ਉਹਨਾਂ ਦੇ ਜਿਹੜੇ ਕਿ ਉਹ ਨੇ ਆਪਣਾ ਜਿਹੜਾ ਕਿ ਮਟੀਰੀਅਲ ਆ ਉਹਨਾਂ ਤੋਂ ਬਣੇ ਹੋਏ ਜਿਹੜੇ ਪ੍ਰੋਡਕਟ ਨੇ ਉਹ ਈਜ਼ੀਲੀ ਬਰੇਕ ਹੋ ਜਾਂਦੇ ਆ ਹੈ ਨਾ। ਵੀ ਇਹ ਇੱਕ ਦੀ ਐਡਵਾਂਟੇਜ ਆ ਪਲਾਸਟਿਕ ਦੀ, ਵੀ ਇਹਨਾਂ ਵਾਲੇ ਜਿਹੜੇ ਪ੍ਰੋਡਕਟ ਨੇ ਉਹ ਛੇਤੀ ਟੁੱਟਦੇ ਨਹੀਂ ਹੈਗੇ ਹੈ ਨਾ। ਇਹ ਹੋ ਗਈ ਆਪਣੀ ਦੂਜੀ ਐਗਜ਼ਾਮਪਲ। ਉਸ ਤੋਂ ਬਾਅਦ ਮਤਲਬ ਦੂਜੀ ਆਪਣੀ ਐਡਵਾਂਟੇਜ ਹੈ ਨਾ। ਅਤੇ ਡਿਸਐਡਵਾਂਟੇਜ ਦੀ ਗੱਲ ਕਰੀਏ, ਡਿਸਐਡਵਾਂਟੇਜ ਪਹਿਲਾਂ ਤਾਂ ਸਿੱਧਾ ਇੰਪੈਕਟ ਦਾ ਇਨਵਾਇਰਮੈਂਟ ਦੇ ਉੱਤੇ ਆ ਜਾਊਗਾ ਨਾ। ਵੀ ਇਨਵਾਇਰਮੈਂਟ ਦੇ ਉੱਤੇ ਸਿੱਧਾ ਇੰਪੈਕਟ ਹੈਗਾ, ਵਾਟਰ ਪੋਲਿਊਸ਼ਨ ਇਨਕਰੀਜ਼ ਹੋ ਰਿਹਾ ਆਲਮੋਸਟ ਜਦੋਂ ਇਹਨਾਂ ਨੂੰ ਜਲਾਉਂਦੇ ਨੇ। ਅਤੇ ਉਸ ਤੋਂ ਬਾਅਦ ਜਿਹੜੀਆਂ ਹਾਰਮਫੁਲ ਗੈਸਿਸ ਨਿਕਲਦੀਆਂ ਨੇ ਹੈ ਨਾ ਉਹ ਇਨਵਾਇਰਮੈਂਟ ਨੂੰ ਹਾਰਮ ਕਰਦੀਆਂ ਨੇ। ਉਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਵੀ ਹਰ ਇੱਕ ਤਰ੍ਹਾਂ ਦੇ ਪਲਾਸਟਿਕ ਨੂੰ ਆਪਾਂ ਰੀਸਾਈਕਲ ਨਹੀਂ ਕਰ ਸਕਦੇ ਹੈ ਨਾ। ਵੀ ਕੁਝ ਕੈਮੀਕਲ ਇੱਦਾਂ ਦੇ ਪਾ ਦਿੱਤੇ ਜਾਂਦੇ ਇਹਨਾਂ ਦੇ ਵਿੱਚ, ਜਿਹਦੇ ਕਰਕੇ ਜਿਹੜਾ ਕਿ ਇਹਦੀ ਰੀਸਾਈਕਲਿੰਗ ਆ ਉਹ ਬਹੁਤ ਔਖੀ ਹੋ ਜਾਂਦੀ ਹੈਗੀ। ਤਾਂ ਇਹ ਇੱਦਾਂ ਦੇ ਕੁਝ ਜਿਹੜੇ ਪੁਆਇੰਟ ਨੇ, ਬਸ ਆਪਾਂ ਸਿੰਪਲ ਜਿਹੇ ਪੁਆਇੰਟ ਇਸ ਟਾਸਕ 2 ਦੇ ਵਿੱਚ ਐਕਸਪਲੇਨ ਕਰ ਦੇਣੇ ਆ ਅਤੇ ਈਜ਼ੀਲੀ ਤੁਹਾਡਾ ਵਧੀਆ ਬੈਂਡ ਸਕੋਰ ਆ ਜਾਊਗਾ। ਸਭ ਤੋਂ ਪਹਿਲਾਂ ਜੇ ਆਪਾਂ ਮੂਵ ਕਰੀਏ ਤੁਹਾਡੀ ਇੰਟਰੋਡਕਸ਼ਨ ਦੇ ਵੱਲ। ਇੰਟਰੋਡਕਸ਼ਨ ਤੁਹਾਨੂੰ ਕੀ ਕਹਿ ਰਹੀ ਆ, ਇੰਟਰੋਡਕਸ਼ਨ ਇਹ ਕਹਿ ਰਹੀ ਹੈ, ਕਹਿੰਦੇ ਵੀ ਇਨ ਦਿਸ ਕੰਟੈਂਪਰੇਰੀ ਐਰਾ, ਆਹ ਲਾਈਨ ਲੱਗ ਜਾਂਦੀ ਹੁੰਦੀ ਹੈ ਜੇ ਤੁਸੀਂ ਲਾਉਣੀ ਹੋਵੇ। ਕਿ ਮੈਂ ਕਾਫੀ ਕਿਸੇ ਆਲੇ ਦੁਆਲੇ ਸਿੱਖੀ ਸੀ, ਮਤਲਬ ਕਿ ਇਹ ਚੀਜ਼ ਤਾਂ ਹੈ ਵੀ ਆਪਾਂ ਟਾਸਕ ਇੱਕ ਦੂਜੇ 'ਤੇ ਦੇਖ ਕੇ ਹੀ ਸਿੱਖਦੇ ਹੁੰਦੇ ਹਾਂ, ਅਤੇ ਆਪਾਂ ਵੀ ਇੱਦਾਂ ਉੱਦਾਂ ਹੀ ਸਿੱਖੀਆਂ ਹੋਈਆਂ ਨੇ। ਵੀ ਅੱਜ ਦੇ ਟਾਈਮ ਦੇ ਵਿੱਚ ਦੀ ਯੂਜ਼ ਆਫ ਪਲਾਸਟਿਕ ਕੰਟੇਨਰਸ ਐਂਡ ਬੋਟਲ ਇਜ਼ ਕਾਮਨ। ਮਤਲਬ ਕਿ ਪਲਾਸਟਿਕ ਕੰਟੇਨਰ ਅਤੇ ਜਿਹੜਾ ਕਿ ਆਪਣਾ ਬੋਟਲਸ ਨੇ ਇਹਨਾਂ ਦਾ ਜਿਹੜਾ ਯੂਜ਼ ਆ ਉਹ ਕਾਫੀ ਕਾਮਨ ਆ ਹੈ ਨਾ। ਐਂਡ ਦ ਨੰਬਰ ਆਫ ਕੰਪਨੀਜ਼ ਯੂਜ਼ਡ ਦੈਮ ਫਾਰ ਫੂਡ ਐਂਡ ਡਰਿੰਕ, ਅਤੇ ਜਿਹੜੀਆਂ ਬਹੁਤ ਜ਼ਿਆਦਾ ਕੰਪਨੀਜ਼ ਨੇ ਇਹਨਾਂ ਨੂੰ ਯੂਜ਼ ਕਰ ਰਹੀਆਂ ਨੇ ਕਾਹਦੇ ਵਾਸਤੇ, ਫੂਡ ਆਈਟਮਸ ਦੇ ਵਾਸਤੇ। ਡਰਿੰਕ ਜਿਹੜੇ ਕਿ ਆਉਂਦੇ ਨੇ ਅੱਜ ਕੱਲ੍ਹ ਉਹ ਪਲਾਸਟਿਕ ਬੋਟਲ ਵਿੱਚ ਆ ਰਹੇ ਨੇ, ਕੈਨਸ ਦੇ ਵਿੱਚ ਆ ਰਹੇ ਨੇ ਨਾ। ਯਾਨੀ ਕਿ ਇਹਨਾਂ ਦਾ ਜਿਹੜਾ ਉਹ ਕੰਪਨੀਜ਼ ਦਾ ਜਿਹੜਾ ਨੰਬਰ ਆ ਉਹ ਵੀ ਇਨਕਰੀਜ਼ ਹੋ ਰਿਹਾ ਨਾ। ਨੰਬਰ ਦੀ ਜਗ੍ਹਾ 'ਤੇ ਨਿਊਮਰਸ ਵੀ ਲਿਖ ਸਕਦੇ ਸੀ, ਨਿਊਮਰਸ ਕੰਪਨੀਜ਼, ਪੈਲਥੋਰਾ, ਐਂਪਲ ਨਹੀਂ ਕਹਿ ਸਕਦੇ ਨਾ, ਪੈਲਥੋਰਾ ਆਫ ਕੰਪਨੀਜ਼, ਮੈਨੀ ਕੰਪਨੀਜ਼, ਇਹ ਕੁਛ ਦਾ ਨਹੀਂ ਆਪਾਂ ਯੂਜ਼ ਕਰ ਸਕਦੇ ਹਾਂਗੇ।
ਅਤੇ ਉਸ ਤੋਂ ਬਾਅਦ ਤੁਸੀਂ ਦੱਸਣਾ ਸੀ ਵੀ ਇਹਦਾ ਜਿਹੜਾ ਕਿ ਮੈਰਿਟ ਜ਼ਿਆਦਾ ਨੇ ਜਾਂ ਫਿਰ ਡੀਮੈਰਿਟ ਜ਼ਿਆਦਾ ਨੇ। ਉਸ ਤੋਂ ਬਾਅਦ ਜਿਵੇਂ ਮੈਂ ਗੱਲ ਕਰਾਂ ਵੀ ਇਹਦੀਆਂ ਜਿਹੜੀਆਂ ਮੈਰਿਟਸ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਆਪਾਂ ਡੀਮੈਰਿਟਸ ਇਹਦੀਆਂ ਜ਼ਿਆਦਾ ਨੇ ਹੈ ਨਾ। ਆਪਾਂ ਕਹਿ ਰਹੇ ਹਾਂ ਵੀ ਦੀ ਡੀਮੈਰਿਟਸ ਆਫ ਦਿਸ ਟਰੈਂਡ ਆਊਟ ਨੰਬਰ ਇਟਸ ਮੈਰਿਟਸ। ਆਊਟ ਨੰਬਰ ਵੀ ਕਹਿ ਸਕਦੇ ਹੋ, ਓਵਰਲੈਪ ਵੀ ਕਹਿ ਸਕਦੇ ਹੋ ਹੈ ਨਾ। ਵੀ ਆਪਾਂ ਕਹਿ ਸਕਦੇ ਵੀ ਜਿਹੜੀਆਂ ਡੀਮੈਰਿਟਸ ਨੇ ਉਹ ਆਊਟ ਨੰਬਰ ਕਰ ਰਹੀਆਂ ਨੇ, ਜਾਣੀ ਕਿ ਜ਼ਿਆਦਾ ਨੇ ਇਸਦੀਆਂ ਮੈਰਿਟਸ ਤੋਂ ਹੈ ਨਾ, ਵੀ ਐਡਵਾਂਟੇਜ ਤੋਂ ਜ਼ਿਆਦਾ ਨੇ ਇਹਦੀਆਂ ਡੀਮੈਰਿਟਸ। ਕਹਿੰਦਾ ਦਿਸ ਐਸੇ ਵਿਲ ਡਿਸਕਸ ਬੋਥ ਵਿਊ ਪੁਆਇੰਟ ਇਨ ਅਪਕਮਿੰਗ ਪੈਰਾਗ੍ਰਾਫਸ ਵਿਦ ਰੈਲੀਵੈਂਟ ਐਗਜ਼ਾਮਪਲ ਐਡ ਕਰਨੀਆਂ ਚਾਹੀਦੀਆਂ ਨੇ। ਵੈਸੇ 6.5 ਬੈਂਡ ਦੇ ਉੱਤੇ ਜਾਣਾ ਤੁਸੀਂ, ਕਿਉਂਕਿ ਆਹ ਟਾਸਕ 4 ਬੈਂਡ ਵਾਲਾ ਹੀ ਆ, ਤਾਂ ਹੀ ਉਹਦੇ ਵਿੱਚ ਐਗਜ਼ਾਮਪਲ ਨਹੀਂ ਐਡ ਹੈਗੀ। ਪਰ ਤੁਹਾਡੇ ਲਈ ਰਿਕਮੈਂਡੇਸ਼ਨ ਇੱਕੋ ਹੀ ਆ ਵੀ ਐਗਜ਼ਾਮਪਲ ਜ਼ਰੂਰ ਐਡ ਕਰਿਆ ਕਰੋ। ਤਾਂ ਇਹ ਆਪਣੀ ਸਿੰਪਲ ਜੀ ਇੰਟਰੋ ਆਪਾਂ ਕੰਪਲੀਟ ਕਰ ਚੁੱਕੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਜਿਹੜਾ ਕਿ ਆਪਣਾ BP ਪੜ੍ਹਨਾ ਸਟਾਰਟ ਕਰਾਂਗੇ। ਜਿਵੇਂ ਕਿ ਇਹ ਤੁਸੀਂ ਤੁਹਾਡੇ ਸਾਹਮਣੇ BP ਆ ਚੁੱਕਿਆ ਅਤੇ ਟੂ ਕਮੈਂਸ ਵਿਦ ਦਾ ਕਨੈਕਟਰ ਸਿੰਪਲ ਜਿਹਾ ਲੱਗਿਆ ਹੋਇਆ। ਪਰ ਹੁਣ ਜਿਹੜੇ ਬੱਚੇ ਆਪਣੀ ਕਲਾਸਿਸ ਲੈ ਰਹੇ ਉਹਨਾਂ ਨੂੰ ਪਤਾ ਵੀ ਆਪਾਂ ਲਾਈਨ ਕਿੱਦਾਂ ਸਟਾਰਟ ਕਰਨੀ ਆ। ਸਮ ਕ੍ਰਿਟੀਕਲ ਐਲੀਮੈਂਟ ਆਰ ਐਸੋਸੀਏਟਡ ਵਿਦ ਦਿਸ ਟਰੈਂਡ ਦੈਟ ਬਾਈ ਯੂਜ਼ ਆਫ ਪਲਾਸਟਿਕ ਇਜ਼ ਹਾਰਮਫੁਲ ਹੈ ਨਾ। ਕਿਉਂਕਿ ਸੌਰੀ ਇੱਥੇ ਆਪਾਂ ਐਡਵਾਂਟੇਜ ਦੱਸ ਰਹੇ ਹਾਂ ਪਹਿਲਾਂ ਵੀ ਯੂਜ਼ ਆਫ ਪਲਾਸਟਿਕ ਇਜ਼ ਬੈਨੀਫੀਸ਼ੀਅਲ। ਤਾਂ ਇਸ ਵੇ ਨਾਲ ਤੁਸੀਂ ਆਪਣਾ ਜਿਹੜਾ ਟਾਸਕ ਉਹ ਸਟਾਰਟ ਕਰਨਾ ਗਾ ਨਾ। ਪਰ ਇੱਥੇ ਪੁਰਾਣਾ ਟਾਸਕ ਆ ਥੋੜ੍ਹਾ ਜਿਹਾ, ਤਾਂ ਫਿਰ ਹੋਰ ਲਾਈਨ ਨਾਲ ਸਟਾਰਟ ਕੀਤਾ ਹੋਇਆ। ਟੂ ਕਮੈਂਸ ਵਿਦ ਸੈਟ ਸਮ ਲਾਈਟ ਅਪੋਨ ਹਾਊ ਯੂਜ਼ ਆਫ ਪਲਾਸਟਿਕ ਕੰਟੇਨਰ ਆਰ ਬੈਨੀਫੀਸ਼ੀਅਲ ਹੈ ਨਾ। ਇੱਥੇ ਆਪਾਂ ਨੂੰ ਦੱਸਿਆ ਹੋਇਆ ਵੀ ਜਿਹੜਾ ਯੂਜ਼ਸ ਆਫ ਪਲਾਸਟਿਕ ਕੰਟੇਨਰਸ ਨੇ ਉਹ ਕਿਸ ਤਰੀਕੇ ਨਾਲ ਆਪਣੇ ਲਈ ਬੈਨੀਫੀਸ਼ੀਅਲ ਨੇ, ਯੂਜ਼ਫੁਲ ਨੇ ਹੈ ਨਾ। ਯੂਜ਼ਫੁਲ ਦੀ ਜਗ੍ਹਾ 'ਤੇ ਬੈਨੀਫੀਸ਼ੀਅਲ ਆਪਾਂ ਲਿਖ ਸਕਦੇ ਸੀ, ਕਿਉਂਕਿ ਉੱਥੇ ਯੂਜ਼ ਪਹਿਲਾਂ ਹੀ ਲਿਖਿਆ ਹੋਇਆ ਹੈ ਨਾ। ਕਹਿੰਦਾ ਫਸਟ ਐਂਡ ਫਾਰਮੋਸਟ ਇਜ਼ ਦੈਟ ਕਹਿੰਦਾ ਪਲਾਸਟਿਕ ਇਜ਼ ਨਾਟ ਓਨਲੀ ਮੋਰ ਅਫੋਰਡੇਬਲ ਬਟ ਆਲਸੋ ਇਜ਼ ਵੈਰੀ ਚੀਪਰ। ਇਹ ਚੀਪਰ ਅਤੇ ਅਫੋਰਡੇਬਲ ਆਪਣਾ ਸੇਮ ਹੀ ਸੈਂਟੈਂਸ ਹੋ ਗਿਆ ਨਾ, ਕਿਉਂਕਿ ਜਦੋਂ ਆਇਲਸ ਕਰਨ ਲੱਗੇ ਸੀ ਉਦੋਂ ਇੰਨੀ ਨੌਲੇਜ ਨਹੀਂ ਹੁੰਦੀ ਸੀ ਵੀ ਚੀਪਰ ਅਤੇ ਅਫੋਰਡੇਬਲ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ ਨਾ। ਤਾਂ ਟ੍ਰੇਨਰਸ ਦੇ ਵੱਲੋਂ ਜਿਹੜੀ ਕਿ ਮਿਸਟੇਕ ਵੀ ਕੱਢੀ ਹੋਈ ਆ। ਤਾਂ ਇੱਥੇ ਆਪਾਂ ਕੀ ਲਿਖ ਸਕਦੇ ਸੀ ਕਿ ਫਸਟ ਐਂਡ ਫਾਰਮੋਸਟ ਰੀਜ਼ਨ ਇਜ਼ ਦੈਟ ਪਲਾਸਟਿਕ ਇਜ਼ ਨਾਟ ਓਨਲੀ ਮੋਰ ਅਫੋਰਡੇਬਲ ਬਟ ਆਲਸੋ ਇਟ ਇਜ਼ ਵੈਰੀ ਈਜ਼ੀ ਟੂ ਯੂਜ਼ ਕਹਿ ਸਕਦੇ ਹਾਂ ਹੈ ਨਾ। ਵੀ ਈਜ਼ੀ ਟੂ ਯੂਜ਼, ਈਜ਼ੀ ਕਨਵੀਨੀਅੰਟ ਟੂ ਯੂਜ਼ ਹੈ ਨਾ, ਵੀ ਇਹਨੂੰ ਯੂਜ਼ ਕਰਨਾ ਬਹੁਤ ਸਿੰਪਲ ਹੈ ਨਾ। ਈਜ਼ੀ ਟੂ ਸਟੋਰ ਵੀ ਲਿਖ ਸਕਦੇ ਹਾਂ ਹੈ ਨਾ। ਤਾਂ ਕੋਈ ਵੀ ਉਹਦੀ ਜਿਹੜੀ ਬੈਨੀਫਿਟ ਸੀ ਉਹ ਆਪਾਂ ਲਿਖ ਦਿੰਦੇ। ਟੂ ਇਲੈਬੋਰੇਟ ਇਟ ਦੀ ਪਲਾਸਟਿਕ ਕੰਟੇਨਰਸ ਪ੍ਰਾਈਸ ਇਜ਼ ਲੈਸ ਦੈਨ ਅਦਰ ਟਾਈਪ ਆਫ ਕੰਟੇਨਰਸ ਹੈ ਨਾ। ਇਹ ਸਿੰਪਲ ਜੀ ਗੱਲ ਆ ਵੀ ਜਿਹੜਾ ਪਲਾਸਟਿਕ ਦੇ ਕੰਟੇਨਰਸ ਦਾ ਪ੍ਰਾਈਸ ਆ ਉਹ ਦੂਜੇ ਕੰਟੇਨਰਸ ਦੇ ਨਾਲੋਂ ਘੱਟ ਹੁੰਦਾ ਨਾ, ਸਸਤੇ ਹੁੰਦੇ ਨੇ ਇਹ। ਸੱਚ ਐਜ਼ ਕੰਟੇਨਰਸ ਦੈਟ ਆਰ ਮੇਕਅਪ ਫਰੋਮ ਗਲਾਸ ਐਂਡ ਅਦਰ ਮੈਟਲ। ਜਿਹੜੇ ਕੰਟੇਨਰ ਆਪਣੀ ਹੋਰ ਜਿਹੜੀਆਂ ਮੈਟਲਸ ਤੋਂ ਬਣੇ ਹੁੰਦੇ ਨੇ, ਗਲਾਸ ਤੋਂ ਬਣੇ ਹੁੰਦੇ ਨੇ, ਕੱਚ ਤੋਂ ਬਣੇ ਹੁੰਦੇ ਨੇ, ਉਹ ਉਹਨਾਂ ਦਾ ਜਿਹੜਾ ਪ੍ਰਾਈਸ ਹੁੰਦਾ ਉਹ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਹਾਈ ਹੁੰਦਾ ਨਾ। ਵੀ ਉਹਦੇ ਕੰਪੈਰੀਜ਼ਨ ਦੇ ਨਾਲੋਂ ਜਿਹੜੇ ਕਿ ਆਪਣੇ ਪਲਾਸਟਿਕ ਦੇ ਕੰਟੇਨਰ ਨੇ ਉਹ ਹੁੰਦੇ ਨੇ ਸਸਤੇ ਨਾ। ਇਹ ਪਹਿਲਾਂ ਆਪਣੀ ਜਿਹੜੀ ਕਿ ਸਿੰਪਲ ਜਿਹਾ ਪੁਆਇੰਟ ਹੋ ਗਿਆ। ਇਨ ਐਡੀਸ਼ਨ ਪਲਾਸਟਿਕ ਬੋਟਲਸ ਆਰ ਕਨਵੀਨੀਅੰਟ ਟੂ ਯੂਜ਼ ਐਂਡ ਦੀਜ਼ ਆਰ ਅਨਬ੍ਰੇਕੇਬਲ। ਲਓ ਜੀ, ਇਹ ਕਹਿੰਦਾ ਵੀ ਇਹ ਟੁੱਟਦੀਆਂ ਨਹੀਂ ਹੈਗੀਆਂ, ਅਨਬ੍ਰੇਕੇਬਲ ਹੁੰਦੀਆਂ ਨੇ ਹੈ ਨਾ। ਕਹਿੰਦਾ ਹਾਊਐਵਰ ਅੱਗੇ ਲਾ ਕੇ ਆਪਾਂ ਕੀ ਲਿਖਿਆ, ਕਹਿੰਦਾ ਹਾਊਐਵਰ ਇਟ ਇਜ਼ ਨਾਟ ਪੋਸੀਬਲ when people use container of glass because there is a more chances of breaking of glass bottles। ਕੀ ਇਹਦੇ ਵਿੱਚ ਆਪਾਂ ਲਿਖਿਆ ਨਾ, ਸਿੰਪਲ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ, ਬਸ ਇਹੀ ਤੁਹਾਡੀ ਰਾਈਟਿੰਗ ਹੁੰਦੀ ਹੈਗੀ। ਇਹ 4 ਕਮੈਂਟਾਂ ਦੀ ਰਾਈਟਿੰਗ ਈਜ਼ੀਲੀ ਹੈਗੀ ਆ। ਹੁਣ ਜੇ ਤੁਸੀਂ ਇਸ ਤਰੀਕੇ ਨਾਲ ਵੀ ਨਹੀਂ ਲਿਖ ਸਕਦੇ ਫਿਰ ਤਾਂ ਕੰਮ ਔਖਾ ਨਾ। ਤਾਂ ਇਹ ਬਹੁਤ ਹੀ ਸਿੰਪਲ ਟਾਸਕ ਲਿਖਿਆ, ਮੈਨੂੰ ਖੁਦ ਨੂੰ ਪੜ੍ਹ ਕੇ ਲੱਗ ਰਿਹਾ ਵੀ ਇਹ ਤਾਂ ਬਹੁਤ ਹੀ ਜ਼ਿਆਦਾ ਸਿੰਪਲ ਆ। ਪਰ ਫਿਰ ਵੀ ਇਹਦੇ ਵਿੱਚ ਮੈਨੂੰ 4 ਪੁਆਇੰਟ ਦਿੱਤੇ ਹੋਏ ਆ ਨਾ, ਕਿਉਂਕਿ ਜਿਹੜਾ ਹੁਣ ਆਪਾਂ ਸਟਰਕਚਰ ਫੋਲੋ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਵਧੀਆ ਐਕਸਪਲੇਨ ਕਰ ਦਿਆਂਗੇ ਨਾ। ਅਤੇ ਫਿਰ ਉਹ ਆਪਾਂ ਲਿਖ ਕੇ ਆਪਾਂ ਕਿੱਦਾਂ ਦੀ 4.5 ਬੈਂਡ ਲਵਾਂਗੇ ਟਾਸਕ 2 ਦੇ ਵਿੱਚ ਹੈ ਨਾ। ਜੇ ਇਹੋ ਜਿਹੇ ਟਾਸਕ ਦੇ ਵਿੱਚ ਆਪਾਂ ਨੂੰ ਈਜ਼ੀਲੀ ਇਹੋ ਜਿਹੇ ਟਾਸਕ 'ਤੇ ਤੁਹਾਨੂੰ 4 ਬੈਂਡ ਐਗਜ਼ਾਮੀਨਰ ਦਊਗਾ, ਕਿਉਂਕਿ ਇਹੋ ਜਿਹੇ ਜਿਹੜੇ ਟਾਸਕ ਨੇ ਵਿੱਚ ਕੋਈ ਗ੍ਰਾਮਰ ਦੀ ਮਿਸਟੇਕ ਨਹੀਂ ਹੈਗੀ, ਇਲੈਬੋਰੇਸ਼ਨ ਆਲਮੋਸਟ ਠੀਕ ਹੈ ਨਾ। ਤਾਂ ਇਸ ਤਰੀਕੇ ਦਾ ਟਾਸਕ ਜੇ ਨਹੀਂ ਲਿਖ ਪਾ ਰਹੇ ਤੁਸੀਂ ਤਾਂ ਫਿਰ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਨਾ। ਤਾਂ ਇਹ ਜਿਹੜਾ ਆਪਣਾ ਪਹਿਲਾ ਪਹਿਲਾ ਜਿਹੜਾ BP ਆ ਉਹ ਐਕਸਪਲੇਨ ਹੋ ਚੁੱਕਿਆ। ਹੁਣ ਆਪਾਂ ਦੱਸਣੀਆਂ ਨੇ ਵੀ ਇਹਦੀਆਂ ਡੀਮੈਰਿਟਸ ਕੀ ਨੇ ਹੈ ਨਾ। ਕਹਿੰਦਾ ਵੀ ਔਨ ਦੀ ਅਦਰ ਹੈਂਡ, ਵੀ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਚਾਹੇ ਜੇ ਆਪਾਂ ਉਲਟ ਜਾਣਾ ਹੋਵੇ ਨਾ, ਕੰਟਰਾਡਿਕਸ਼ਨ ਕਰਨੀ ਹੋਵੇ, ਤਾਂ ਆਪਾਂ ਕਿਹੜਾ ਕਨੈਕਟਰ ਯੂਜ਼ ਕਰਦੇ ਹੁੰਦੇ ਹਾਂ, ਔਨ ਦੀ ਅਦਰ ਹੈਂਡ। ਜਾਣੀ ਕਿ ਵੀ ਇਸ ਤੋਂ ਉਲਟ ਜਾ ਕੇ ਗੱਲ ਕਰਾਂਗੇ ਹੈ ਨਾ। ਕਹਿੰਦਾ ਵੈਨ ਇੰਡੀਵਿਜੂਅਲਸ ਕੀ ਹੋ ਗਏ, ਲੋਕ ਹੋ ਗਏ। ਕਹਿੰਦਾ ਇੰਡੀਵਿਜੂਅਲਸ ਯੂਜ਼ਡ ਆਊਗਾ ਇੱਥੇ, ਯੂ ਥੋੜ੍ਹੀ ਜਿਹੀ ਮਿਟੀ ਹੋਈ ਹੈ। ਯੂਜ਼ ਦਾ ਪਲਾਸਟਿਕ ਕੰਟੇਨਰਸ ਦਾ ਟੂ ਕੀਪ ਬਟਰ ਐਂਡ ਫੂਡ ਦੈਨ ਇਟ ਲੀਡਸ ਟੂ ਪਲੈਥੋਰਾ ਆਫ ਡਰਾਬੈਕਸ। ਮਤਲਬ ਕਿ ਜਿਹੜੇ ਜੇ ਇੰਡੀਵਿਜੂਅਲ ਜਿਹੜਾ ਕਿ ਪਲਾਸਟਿਕ ਕੰਟੇਨਰ ਨੂੰ ਯੂਜ਼ ਕਰਨਗੇ ਕਾਹਦੇ ਵਾਸਤੇ, ਆਪਣਾ ਫੂਡ ਰੱਖਣ ਵਾਸਤੇ, ਵਾਟਰ ਰੱਖਣ ਵਾਸਤੇ। ਕਹਿੰਦਾ ਇਹਦੇ ਨਾਲ ਫਿਰ ਜਿਹੜੀਆਂ ਪਲੈਥੋਰਾ ਆਫ ਲੀਡਸ ਦੀ ਸਪੈਲਿੰਗ ਥੋੜ੍ਹੇ ਜਿਹੇ ਮਿਸਟੇਕ ਸੀ, ਇਹਦੇ ਨਾਲ ਥੋੜ੍ਹੀਆਂ ਜਿਹੀਆਂ ਜਿਹੜੀਆਂ ਮਿਸਟੇਕਸ ਨੇ ਉਹ ਆਪਾਂ ਨੂੰ ਦੇਖਣੀਆਂ ਪੈਣਗੀਆਂ। ਮਿਸਟੇਕ ਕਿਹੜੀਆਂ ਹੋ ਸਕਦੀਆਂ ਨੇ, ਕਹਿੰਦਾ ਫਸਟਲੀ ਪਹਿਲੀ ਮਿਸਟੇਕ ਕੀ ਹੋਊਗੀ, ਪਲਾਸਟਿਕ ਇਜ਼ ਦਾ ਮੇਨ ਕਾਊਜ਼ ਆਫ ਵਾਟਰ ਪੋਲਿਊਸ਼ਨ। ਕਹਿੰਦਾ ਪਲਾਸਟਿਕ ਮੇਨ ਰੀਜ਼ਨ ਹੈਗਾ ਕਾਹਦਾ, ਵਾਟਰ ਪੋਲਿਊਸ਼ਨ ਦਾ। ਹੁਣ ਇਹਨੂੰ ਜਸਟੀਫਾਈ ਕਰਾਂਗੇ। ਕਹਿੰਦਾ ਮੋਸਟ ਆਫ ਇੰਡੀਵਿਜੂਅਲਸ ਡੂ ਨਾਟ ਰੀਯੂਜ਼ ਪਲਾਸਟਿਕਸ ਐਂਡ ਥਰੋ ਇਟ ਔਨ ਦਾ ਬੈਂਕਸ ਆਫ ਵਾਟਰ ਬੋਡੀਜ਼ ਹੈ ਨਾ।
ਜਿਹੜਾ ਵੀ ਮਤਲਬ ਕਿ ਆ ਜਿਹੜੇ ਜਸਟੀਫਾਈ ਕਰ ਰਹੇ ਆ ਵੀ ਜਿਹੜਾ ਪੋਲਿਊਸ਼ਨ ਕਿੱਦਾਂ ਵਧੂਗਾ। ਕਹਿੰਦਾ ਵੀ ਜਿਹੜੇ ਜ਼ਿਆਦਾਤਰ ਲੋਕ ਨੇ ਇਹਨੂੰ ਰੀਯੂਜ਼ ਨਹੀਂ ਕਰਦੇ ਹੈ ਨਾ, ਵੀ ਦੁਬਾਰਾ ਤੋਂ ਯੂਜ਼ ਨਹੀਂ ਕਰਦੇ, ਇਹਨੂੰ ਥਰੋ ਕਰ ਦਿੰਦੇ ਆ ਵਾਟਰ ਬੋਡੀਜ਼ ਜਾਨੀ ਕੋਈ ਵੀ ਨਹਿਰ ਦੇ ਕੰਢੇ ਦੇ ਉੱਤੇ, ਦਰਿਆ ਦੇ ਕੰਢੇ ਉੱਤੇ, ਓਸ਼ੀਅਨ ਦੇ ਕੰਢੇ ਦੇ ਉੱਤੇ ਹੈ ਨਾ। ਵਾਟਰ ਬੋਡੀਜ਼ ਦੇ ਵਿੱਚ ਆਪਾਂ ਸਾਰੀ ਕਵਰ ਕਰਕੇ ਵੀ ਜੋ ਵੀ ਵਾਟਰ ਬੋਡੀਜ਼ ਹੁੰਦੀਆਂ ਨੇ ਉਹਨਾਂ ਦੇ ਕੰਢਿਆਂ ਦੇ ਉੱਤੇ ਇਹਨਾਂ ਨੂੰ ਜਿਹੜਾ ਕਿ ਸੁੱਟ ਦਿੱਤਾ ਜਾਂਦਾ। ਕਹਿੰਦਾ ਵੀ ਬਿਕੋਜ਼ ਆਫ ਦਿਸ, ਕਹਿੰਦਾ ਇਹਦੇ ਕਰਕੇ ਕੀ ਹੋ ਰਿਹਾ, ਪਲਾਸਟਿਕ ਕੰਟੇਨਰਸ ਐਂਡ ਬੋਟਲਸ ਆਰ ਸੀਨ ਇਨ ਸੀਜ਼ ਐਂਡ ਓਸ਼ੀਅਨ। ਕਹਿੰਦਾ ਇਹਦੇ ਕਰਕੇ ਜਿਹੜਾ ਕਿ ਆਪਾਂ ਪਲਾਸਟਿਕ ਦੀਆਂ ਬੋਤਲਾਂ ਉਹ ਦੇਖਦੇ ਹਾਂ, ਕਿੱਥੇ ਦੇਖਦੇ ਆਂਗੇ, ਸੀਜ਼ ਦੇ ਵਿੱਚ, ਸਮੁੰਦਰਾਂ ਦੇ ਵਿੱਚ ਹੈ ਨਾ, ਸਾਗਰਾਂ ਦੇ ਵਿੱਚ ਹੈ ਨਾ, ਦਰਿਆਵਾਂ ਦੇ ਵਿੱਚ ਆਪਾਂ ਇਹ ਜਿਹੜੀਆਂ ਪਲਾਸਟਿਕ ਬੋਟਲਸ, ਪਲਾਸਟਿਕ ਕੰਟੇਨਰਸ ਦੇਖਦੇ ਆਂਗੇ। ਹੈਂਸ ਦਾ ਸੀ ਮੈਮਲਸ ਆਰ ਐਟ ਰਿਸਕ ਡਿਊ ਟੂ ਦਿਸ ਪਲਾਸਟਿਕ ਵੇਸਟੇਜ। ਮੈਂ ਉਹਨਾਂ ਨੂੰ ਕਿਹਾ ਵੀ ਆਹ ਚੀਜ਼ ਦੇ ਕਰਕੇ ਜਿਹੜੇ ਕਿ ਆਪਣੇ ਸੀ ਮੈਮਲ ਨੇ, ਸੀ ਮੈਮਲ ਕੀ ਹੋ ਗਏ, ਉਹ ਸਪੀਸੀਜ਼ ਜਿਹੜੀਆਂ ਕਿ ਪਾਣੀ ਵਿੱਚ ਸਰਵਾਈਵ ਕਰਦੀਆਂ ਨੇ ਨਾ, ਵੀ ਉਹ ਉਹਨਾਂ ਦੇ ਉੱਤੇ ਖਤਰਾ ਬਣਿਆ ਹੋਇਆ। ਮੋਰ ਓਵਰ ਦਾ ਕਨੈਕਟਰ ਲਗਾਇਆ, ਆਲ ਟਾਈਪ ਆਫ ਪਲਾਸਟਿਕ ਕੈਨ ਨਾਟ ਬੀ ਰੀਸਾਈਕਲਡ। ਕਹਿੰਦਾ ਇਹ ਗੱਲ ਵੀ ਸਹੀ ਆ ਵੀ ਜਿਹੜਾ ਸਾਰੇ ਟਾਈਪ ਦੇ ਜਿਹੜੇ ਪਲਾਸਟਿਕ ਹੁੰਦੇ ਨੇ ਉਹ ਰੀਸਾਈਕਲਡ ਨਹੀਂ ਹੁੰਦੇ, ਮਤਲਬ ਕਿ ਉਹਨਾਂ ਨੂੰ ਆਪਾਂ ਰੀਸਾਈਕਲ ਨਹੀਂ ਕਰ ਸਕਦੇ ਹੈ ਨਾ। ਟੂ ਐਕਸਪਲੇਨ ਇਟ, ਪਲਾਸਟਿਕ ਕੰਟੇਨਰਸ ਦੈਟ ਆਰ ਯੂਜ਼ ਫਾਰ ਫੂਡ ਐਂਡ ਡਰਿੰਕ ਆਰ ਵਾਟਰ ਪ੍ਰੂਫ ਟੂ ਮਤਲਬ ਕਿ ਤਾਂ ਆਪਾਂ ਨੂੰ ਪਤਾ ਵੀ ਜਿਹੜੇ ਕੰਟੇਨਰਸ ਹੁੰਦੇ ਨੇ ਪਲਾਸਟਿਕ ਦੇ ਉਹ ਵਾਟਰ ਪ੍ਰੂਫ ਹੁੰਦੇ ਨੇ ਨਾ, ਵੀ ਪਾਣੀ ਦੇ ਵਿੱਚ ਜੋ ਗਿਰ ਵੀ ਪੈਣ ਤਾਂ ਵੀ ਉਹਨਾਂ ਨੂੰ ਕੋਈ ਇਫੈਕਟ ਨਹੀਂ ਹੁੰਦਾ ਨਾ। ਟੂ ਮੇਕ ਪਲਾਸਟਿਕ ਵਾਟਰ ਪ੍ਰੂਫ ਲੋਟ ਆਫ ਕੈਮੀਕਲ ਇਜ਼ ਐਡਡ ਦੈਟ ਰਿਸਟ੍ਰਿਕਟ ਦਾ ਰੀਸਾਈਕਲ ਪ੍ਰੋਪਰਟੀ ਆਫ ਪਲਾਸਟਿਕ। ਇਹ ਚੀਜ਼ ਰਿਐਲਿਟੀ ਆ ਵੀ ਹੈ ਨਾ, ਵੀ ਉਹਨਾਂ ਨੂੰ ਜਿਹੜਾ ਕਿ ਵਾਟਰ ਪ੍ਰੂਫ ਬਣਾਉਣ ਵਾਸਤੇ ਵੀ ਲੰਬੇ ਟਾਈਮ ਦੇ ਲਈ ਉਹ ਸਰਵਾਈਵ ਕਰ ਜਾਣ ਹੈ ਨਾ, ਵਧੀਆ ਤਰੀਕੇ ਨਾਲ ਉਹਨਾਂ ਵਿੱਚ ਫੂਡ 'ਤੇ ਵਾਟਰ ਪੈਂਦਾ ਰਹੇ, ਉਹਦੇ ਲਈ ਉਹਨਾਂ ਦੇ ਵਿੱਚ ਕੁਝ ਕੈਮੀਕਲ ਐਡ ਕੀਤੇ ਜਾਂਦੇ ਆ ਹੈ ਨਾ, ਵੀ ਤਾਂ ਕਿ ਉਹ ਮਤਲਬ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਉਹ ਲੰਬੇ ਸਮੇਂ ਦੇ ਲਈ ਕਰ ਸਕਣ, ਉਹਨਾਂ ਦੇ ਉੱਤੇ ਕੋਈ ਜ਼ਿਆਦਾ ਬੈਡ ਇਫੈਕਟ ਨਾ ਪਵੇ। ਇਹਦੇ ਲਈ ਇਹਨਾਂ ਵਿੱਚ ਕੋਈ ਕੈਮੀਕਲ ਐਡ ਕਰਨਗੇ, ਫਿਰ ਕੈਮੀਕਲ ਜਿਹੜੇ ਐਡ ਕਰਤੇ ਫਿਰ ਉਹਦੇ ਨਾਲ ਜਿਹੜਾ ਕਿ ਉਸ ਤਰ੍ਹਾਂ ਦੇ ਜਿਹੜੇ ਪਲਾਸਟਿਕ ਕੰਟੇਨਰਸ ਨੇ ਉਹ ਜਿਹੜੇ ਕਿ ਰੀਸਾਈਕਲ ਕਰਨੇ ਈਜ਼ੀ ਨਹੀਂ ਹੋਣਗੇ, ਉਹਨਾਂ ਵਿੱਚ ਜਿਹੜੀ ਕਿ ਪ੍ਰੋਬਲਮ ਕ੍ਰੀਏਟ ਹੋ ਸਕਦੀ ਆ ਹੈ ਨਾ। ਤਾਂ ਇਹ ਹੋ ਗਿਆ ਤੁਹਾਡਾ ਟਾਸਕ 2 ਦੀ ਐਕਸਪਲੇਨੇਸ਼ਨ। ਅਤੇ ਟਾਸਕ 2 ਦਾ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਕਿ ਉਹ ਹੁੰਦਾ ਹੈਗਾ ਕੀ ਕਹਿੰਦੇ ਹੁੰਦੇ ਆ, ਜਿਹੜਾ ਕਨਕਲੂਜਨ ਹੁੰਦਾ ਹੈਗਾ, ਕਨਕਲੂਜਨ ਦੇ ਵਿੱਚ ਆਪਾਂ ਆਲਵੇਜ਼ ਜਿਹੜੀ ਕਿ ਆਲਦੋ ਦੀ ਸਟਰਕਚਰ ਫੋਲੋ ਕਰਦੇ ਹਾਂ। ਬਟ ਕਈ ਵਾਰ ਕੈਨ ਨਾਟ ਵੀ ਨਿਗਲੈਕਟਡ, ਆਲਮੋਸਟ ਯੂਜ਼ ਹੋ ਜਾਂਦਾ ਹੁੰਦਾ, ਪਰ ਕਈ ਵਾਰ ਨਹੀਂ ਵੀ ਹੁੰਦਾ ਉਹ ਕੋਈ ਨਹੀਂ, ਪਰ ਆਲਦੋ ਅਤੇ ਬਟ ਵਾਲੀ ਸਟਰਕਚਰ ਤਾਂ ਆਪਾਂ ਯੂਜ਼ ਕਰਦੇ ਹੀ ਕਰਦੇ ਆਂਗੇ। ਇੱਥੇ ਆਪਾਂ ਕਿਵੇਂ ਲਿਖਿਆ, ਕਹਿੰਦਾ ਆਲਦੋ ਪਲਾਸਟਿਕ ਕੰਟੇਨਰਸ ਹੈਵ ਅ ਫਰੂਟਫੁਲ ਬੈਨੀਫਿਟਸ। ਕਹਿੰਦਾ ਵੀ ਭਾਵੇਂ ਕਿ ਪਲਾਸਟਿਕ ਕੰਟੇਨਰ ਦੇ ਫਰੂਟਫੁਲ ਬੈਨੀਫਿਟਸ ਹੈਗੇ ਨੇ ਨਾ, ਵੀ ਚੰਗੇ ਬੈਨੀਫਿਟ ਹੈਗੇ ਨੇ, ਸੱਚ ਐਜ਼ ਇਟ ਇਜ਼ ਕਨਵੀਨੀਅੰਟ ਐਂਡ ਅਫੋਰਡੇਬਲ, ਵੀ ਇਹ ਸੌਖਾ ਗਾ ਯੂਜ਼ ਕਰਨਾ ਅਤੇ ਸਸਤਾ ਵੀ ਆ। ਕਹਿੰਦਾ ਰਿਗਾਰਡਲੈਸ, ਇੱਥੇ ਰਿਗਾਰਡਲੈਸ ਵੀ ਯੂਜ਼ ਕੀਤਾ ਜਾ ਸਕਦਾ, ਪਰ ਰਿਗਾਰਡਲੈਸ ਯੂਜ਼ ਕਰ ਲਓ ਕੋਈ ਚੱਕਰ ਨਹੀਂ, ਬਟ ਯੂਜ਼ ਕਰਨਾ ਬਟ ਯੂਜ਼ ਕਰ ਲਓ, ਇਹਦੇ ਵਿੱਚ ਵੀ ਕੋਈ ਤੁਹਾਡੀ ਪ੍ਰੋਬਲਮ ਨਹੀਂ ਆਊਗੀ। ਕਹਿੰਦਾ ਬਟ ਇਟਸ ਹਾਰਮਫੁਲ ਇਫੈਕਟਸ ਔਨ ਵਾਟਰ ਸਪੀਸੀਜ਼ ਐਂਡ ਇਨਵਾਇਰਮੈਂਟ ਕੈਨ ਨਾਟ ਬੀ ਨਿਗਲੈਕਟਡ। ਪਰ ਇਹਦੇ ਕਹਿੰਦਾ ਵੀ ਜਿਹੜੇ ਇਹਦੇ ਹਾਰਮਫੁਲ ਇਫੈਕਟ ਨੇ ਕਿਹਨਾਂ ਦੇ ਉੱਤੇ, ਵਾਟਰ ਸਪੀਸੀਜ਼ ਦੇ ਉੱਤੇ, ਇਨਵਾਇਰਮੈਂਟ ਦੇ ਉੱਤੇ, ਵੀ ਉਹਨਾਂ ਨੂੰ ਨਿਗਲੈਕਟ ਨਹੀਂ ਕੀਤਾ ਜਾ ਸਕਦਾ ਹੈ ਨਾ। ਇਹ ਸਿੰਪਲ ਜਿਹਾ ਤੁਹਾਡਾ ਜਿਹੜਾ ਕਿ ਟਾਸਕ 2 ਆਪਾਂ ਇਸ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। ਟਾਸਕ 2 ਦਾ ਇੱਕ ਪੁਆਇੰਟ ਤੁਸੀਂ ਲਿਖਦੇ ਹੋ ਤਾਂ ਉਹਦੀਆਂ ਬਸ 3-4 ਲਾਈਨਾਂ ਦੇ ਵਿੱਚ ਉਹਦੀ ਐਕਸਪਲੇਨੇਸ਼ਨ ਦੇਣੀ ਆ। ਸਾਰੀ ਹੀ ਗੱਲ ਨੂੰ ਪੁਆਇੰਟ ਦੇ ਵਿੱਚ ਨਹੀਂ ਦੱਸੀਦਾ ਹੁੰਦਾ, ਪੁਆਇੰਟ ਦੇ ਵਿੱਚ ਬਸ ਉਹਨਾਂ ਨੂੰ ਇੱਕ ਹਿੰਟ ਜਿਹਾ ਦੇਈਦਾ ਹੁੰਦਾ ਵੀ ਹਾਂ ਵੀ ਆਹ ਇਹਦਾ ਮੇਨ ਪੁਆਇੰਟ ਆ, ਅਤੇ ਫਿਰ ਉਹਨਾਂ ਨੂੰ 3-4 ਲਾਈਨਾਂ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਐਕਸਪਲੇਨ ਕਰਨਾ ਗਾ। ਅਤੇ ਕੁਝ ਕਹਿੰਦੇ ਨੇ ਵੀ ਰਾਈਟਿੰਗ ਦਾ ਮਤਲਬ ਕਿ ਰਾਈਟਿੰਗ ਦਾ ਵੈਸੇ ਕੋਈ ਐਡਾ ਵੱਡਾ ਉਹ ਤਾਂ ਨਹੀਂ ਹੁੰਦਾ, ਰਾਈਟਿੰਗ ਤੁਹਾਡਾ ਬੈਂਡ ਸਕੋਰ ਇਫੈਕਟ ਨਹੀਂ ਕਰੂਗੀ, ਇਹ ਤਾਂ ਗੱਲ ਕਲੀਅਰ ਆ। ਪਰ ਜੇ ਸਾਫ਼ ਲਿਖਿਆ ਹੋਊਗਾ ਤਾਂ ਮਤਲਬ ਕਿ ਇਹ ਤਾਂ ਜਦੋਂ ਮਤਲਬ ਕਿ ਜਿਹੜੀ ਚੀਜ਼ ਸਾਫ਼ ਆ ਗਈ ਉਹਨੂੰ ਤਾਂ ਬੰਦਾ ਖੁਸ਼ ਹੋ ਕੇ ਚੈੱਕ ਕਰੂਗਾ। ਇਹ ਤਾਂ ਚਲੋ ਆਪਣੀ ਰਿਐਲਿਟੀ ਆ, ਉਹ ਇਹ ਤਾਂ ਜਦੋਂ ਆਪਣੇ ਮੂਹਰੇ ਵੀ ਇਹ ਜੇ ਆਪਾਂ ਨੂੰ ਦੋ ਆਪਣੇ ਮੂਹਰੇ ਟਾਸਕ ਧਰ ਦਿੱਤੇ ਜਾਣ, ਇੱਕ ਦੇ ਵਿੱਚ ਰਾਈਟਿੰਗ ਗੰਦੀ ਆ ਗਈ ਅਤੇ ਇੱਕ ਦੇ ਵਿੱਚ ਰਾਈਟਿੰਗ ਬਹੁਤ ਸੋਹਣੀ ਸਾਫ਼ ਲਿਖਿਆ ਹੋਇਆ, ਤਾਂ ਅਤੇ ਆਪਾਂ ਨੂੰ ਕਿਹਾ ਜਾਵੇ ਵੀ ਤੁਸੀਂ ਆਹ ਦੋਨੇ ਰਾਈਟਿੰਗਾਂ ਚੈੱਕ ਕਰਨੀਆਂ ਨੇ, ਤਾਂ ਆਪਾਂ ਬਿਨਾਂ ਝਿਜਕੀ ਪਹਿਲਾਂ ਸੋਹਣੀ ਰਾਈਟਿੰਗ ਚੈੱਕ ਕਰ ਲਾਂਗੇ ਹੈ ਨਾ। ਆਪਾਂ ਕਹਾਂਗੇ ਵੀ ਆਹ ਸੌਖੀ ਆ ਹੈ ਨਾ, ਅਤੇ ਮਤਲਬ ਕਿ ਆਪਾਂ ਉਹਨੂੰ ਬਹੁਤ ਧਿਆਨ ਦੇ ਨਾਲ ਪੜ੍ਹ ਵੀ ਸਕਦੇ ਹਾਂ, ਕਿਉਂਕਿ ਹਰ ਇੱਕ ਗੱਲ ਸਮਝ ਆਊਗੀ। ਇਫੈਕਟ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਪੈਂਦਾ ਹੋਊ, ਪਰ ਫਿਰ ਵੀ ਜੇ ਤੁਸੀਂ ਸੋਹਣਾ ਲਿਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਦਾ ਕੋਈ ਮਾੜਾ ਇੰਪੈਕਟ ਨਹੀਂ ਪਊਗਾ, ਉਹਦਾ ਕੋਈ ਚੰਗਾ ਪ੍ਰਭਾਵ ਵੀ ਤੁਹਾਡੀ ਰਾਈਟਿੰਗ ਦੇ ਉੱਤੇ ਪੈਣ ਵਾਲਾ ਹੈ ਨਾ, ਮਾੜਾ ਇਫੈਕਟ ਨਹੀਂ ਕੋਈ ਪਊਗਾ। ਇਹਦੇ ਕਰਕੇ ਸੋਹਣਾ ਲਿਖਣ ਦੀ ਕੋਸ਼ਿਸ਼ ਕਰਿਆ ਕਰੋ, ਫਾਹਾ ਵੱਢਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਕਿਉਂਕਿ ਜਦੋਂ ਰਾਈਟਿੰਗ ਦੇ ਵਿੱਚ ਫਾਹਾ ਵੱਢਦੇ ਹੋ ਨਾ ਫਿਰ ਬਹੁਤ ਮਿਸਟੇਕ ਹੋ ਜਾਂਦੀਆਂ, ਗ੍ਰਾਮਰ ਦੀ ਮਿਸਟੇਕ ਫਿਰ ਬਹੁਤ ਜ਼ਿਆਦਾ ਹੁੰਦੀਆਂ ਨੇ, ਅੱਖਰ ਖਾ ਜਾਂਦੇ ਹੋ ਮੇਰੇ ਵਾਂਗੂ ਨਾ। ਮੈਂ ਆਹ ਜਿਹੜੇ ਪੁਰਾਣੇ ਟਾਸਕ ਸੀ ਇਹਨਾਂ ਵਿੱਚ ਕਾਹਲੀ ਵਿੱਚ ਬਸ ਲਿਖ ਕੇ ਭੱਜਣ ਦੀ ਆਦਤ ਹੁੰਦੀ ਸੀ ਬਾਹਰ ਨੂੰ ਹੈ ਨਾ, ਉਹ ਗਲਤੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜੇ ਕਿ ਆਪਾਂ ਕੁਝ ਗਲਤੀਆਂ ਜਿਹੜੀਆਂ ਕਿ ਸਪੈਲਿੰਗ ਮਿਸਟੇਕ ਵੀ ਕਰ ਜਾਂਦੇ ਹੁੰਦੇ ਹਨ ਨਾ, ਤਾਂ ਇਹ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ। ਰਾਈਟਿੰਗ ਨੂੰ ਸੋਹਣਾ ਲਿਖਣ ਦੀ ਕੋਸ਼ਿਸ਼ ਕਰਿਆ ਕਰੋ, ਰਾਈਟਿੰਗ ਦੇ ਨਾਲ ਪਿਆਰ ਪਾਓ, ਰਾਈਟਿੰਗ ਲਿਖਣ ਲੱਗਿਆ ਤੁਹਾਡੀ ਜਿਹੜੀ ਰੂਹ ਆ ਉਹ ਖੁਸ਼ ਹੋਣੀ ਚਾਹੀਦੀ ਆ ਹੈ ਨਾ। ਤਾਂ ਇਹ ਚੀਜ਼ਾਂ ਤੁਹਾਡਾ ਬਹੁਤ ਬੈਨੀਫਿਟ ਕਰਨਗੀਆਂ ਰਾਈਟਿੰਗ ਦੇ ਵਿੱਚ ਵਧੀਆ ਬੈਂਡ ਸਕੋਰ ਕਰਨ ਦੇ ਲਈ, ਕਿਉਂਕਿ ਇਹੀ ਚੀਜ਼ ਹੁੰਦੀ ਹੈ ਜਿਹੜੀ ਕਿ ਮੈਟਰ ਕਰਦੀ ਆ, ਤੁਹਾਡੀ ਐਕਸਪਲੇਨੇਸ਼ਨ, ਤੁਹਾਡਾ ਟਾਸਕ ਰਿਸਪੌਂਸ ਬਹੁਤ ਜ਼ਿਆਦਾ ਮੈਟਰ ਕਰਦਾ।
ਟਾਸਕ ਰਿਸਪੌਂਸ ਤੋਂ ਇਲਾਵਾ ਤੁਸੀਂ ਬੈਂਡ ਸਕੋਰ ਨਹੀਂ ਲੈ ਸਕਦੇ। ਤੁਹਾਡੇ ਕੋਲ ਐਗਜ਼ਾਮੀਨਰ ਪੁੱਛ ਕੁਝ ਹੋਰ ਰਿਹਾ ਅਤੇ ਤੁਸੀਂ ਉਹਨੂੰ ਦੱਸ ਕੁਝ ਹੋਰ ਰਹੇ ਹੋ, ਤਾਂ ਫਿਰ ਕਿੱਦਾਂ ਜਿਹੜਾ ਕਿ ਤੁਸੀਂ ਅਜ਼ਿਊਮ ਕਰ ਸਕਦੇ ਹੋ। ਯਾਨੀ ਕਿ ਜਿਹੜੇ ਪੁਆਇੰਟ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਹੋਣੇ ਚਾਹੀਦੇ। ਪੁਆਇੰਟ ਬਹੁਤ ਵਧੀਆ ਦਾ ਮਤਲਬ ਇਹ ਆ ਵੀ ਜਿਹੜੀ ਚੀਜ਼ ਪੁੱਛੀ ਹੋਈ ਆ ਬਸ ਉਹੀ ਦਾਇਰੇ ਦੇ ਵਿੱਚ ਉਹ ਰਹਿਣ, ਉਹ ਪੁਆਇੰਟ ਹੋਰ ਪਾਸੇ ਨਾ ਜਾਣ। ਪੁੱਛ ਤੁਹਾਡੇ ਤੋਂ ਉਹ ਇਹ ਰਿਹਾ ਵੀ ਕਿਸੇ ਪਰਟੀਕੂਲਰ ਚੀਜ਼ ਦਾ, ਪਲਾਸਟਿਕ ਦਾ ਹੈਲਥ ਦੇ ਉੱਤੇ ਕੀ ਇੰਪੈਕਟ ਪਊਗਾ, ਅਤੇ ਤੁਸੀਂ ਗੱਲ ਇਕੋਨਮੀ ਵੱਲ ਲੈ ਕੇ ਜਾ ਕੇ ਗੱਲ ਤੁਸੀਂ ਹੋਰ ਹੀ ਪਾਸੇ ਲੈ ਕੇ ਬਿਜ਼ਨਸਮੈਨਾਂ ਦੇ ਵੱਲ ਫਿਰਨ ਲੱਗ ਗਏ ਨਾ, ਤਾਂ ਫਿਰ ਉਹ ਜੇ ਪੁਆਇੰਟ ਦੱਸ ਰਹੇ ਹੋ ਫਿਰ ਉਹਨੂੰ ਜਸਟੀਫਾਈ ਕਰੋ ਆਰਾਮ ਦੇ ਨਾਲ। ਟਾਸਕ 2 ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ, ਜੇ ਇੱਕ ਪੁਆਇੰਟ ਲਿਖਦੇ ਹੋ ਤਾਂ ਫਿਰ ਉਹਦੇ ਵਿੱਚ ਐਕਸਪਲੇਨ ਕੀ ਕਰਨਾ। ਤੁਹਾਨੂੰ ਕਈ ਵਾਰ ਤੁਸੀਂ ਕਹਿਣੇ ਹੋ ਨਾ ਵੀ ਸਾਨੂੰ ਸਰ ਇਲੈਬੋਰੇਸ਼ਨ ਦੀ ਪ੍ਰੋਬਲਮ ਆਉਂਦੀ ਆ, ਵੀ ਇਲੈਬੋਰੇਸ਼ਨ ਕਿੱਦਾਂ ਕਰੀਏ। ਤੇ ਤੁਸੀਂ ਇੱਕ ਪੁਆਇੰਟ ਦੱਸ ਰਹੇ ਹੋ, ਜਿਵੇਂ ਕਿ ਅੱਜ ਵਾਲਾ ਟਾਸਕ ਸੀ, ਅੱਜ ਆਪਾਂ ਪੁਆਇੰਟ ਦੱਸਿਆ ਉਹਨਾਂ ਨੂੰ ਵੀ ਪਲਾਸਟਿਕ ਈਜ਼ੀ ਹੈਗਾ, ਪਲਾਸਟਿਕ ਸਸਤਾ ਹੈਗਾ, ਪਲਾਸਟਿਕ ਅਫੋਰਡੇਬਲ ਆ, ਆਹ ਪੁਆਇੰਟ ਉਹਨਾਂ ਨੂੰ ਦੱਸਤਾ। ਹੁਣ ਇਹਦੇ ਵਿੱਚ ਆਪਾਂ ਨੂੰ ਦੋ ਚੀਜ਼ਾਂ, ਇੱਕ ਇਹਨਾਂ ਵਿੱਚੋਂ ਇੱਕ ਚੀਜ਼ ਆਪਾਂ ਕਲੀਅਰ ਕਰਨੀ ਪਊਗੀ ਆਪਣੀ ਇਲੈਬੋਰੇਸ਼ਨ ਦੇ ਵਿੱਚ, ਬਾਈ ਜਾਂ ਫਿਰ ਹਾਊ। ਬਾਈ ਦਾ ਮਤਲਬ ਕੀ ਹੋ ਗਿਆ, ਕਿਉਂ ਵੀ ਪਲਾਸਟਿਕ ਸਸਤਾ ਕਾਹਤੋਂ ਆ, ਹਾਊ ਕਿਵੇਂ, ਵੀ ਪਲਾਸਟਿਕ ਕਿਵੇਂ ਸਸਤਾ। ਯਾਨੀ ਕਿ ਆਹ ਚੀਜ਼ਾਂ ਆਪਾਂ 3-4 ਲਾਈਨਾਂ ਦੇ ਵਿੱਚ ਐਕਸਪਲੇਨ ਕਰਨੀਆਂ ਨੇ, ਇਹਨੂੰ ਕਹਿੰਦੇ ਹੁੰਦੇ ਆ ਤੁਹਾਡੀ ਇਲੈਬੋਰੇਸ਼ਨ। ਯਾਨੀ ਕਿ ਬਾਈ ਤੁਹਾਡਾ ਐਗਜ਼ਾਮੀਨਰ ਤੁਹਾਡੇ ਤੋਂ ਕਲੀਅਰ ਮੰਗੂਗਾ ਵੀ ਬਾਈ ਮੇਰਾ ਕਲੀਅਰ ਕਰ ਦਿਓ ਰਾਈਟਿੰਗ ਦੇ ਵਿੱਚ, ਮੈਂ ਜਸਟੀਫਾਈ ਹਾਂ, ਮੈਂ ਤੁਹਾਨੂੰ ਬੈਂਡ ਸਕੋਰ ਦੇ ਦੂੰਗਾ, ਠੀਕ ਹੈ। ਤਾਂ ਹਰ ਵਾਰ ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਵੀ ਹੁਣ ਪੁਆਇੰਟ ਮੈਂ ਲਿਖ ਤਾਂ ਦਿੱਤਾ ਵੀ ਇਹਨੂੰ ਐਕਸਪਲੇਨ ਕੀ ਕਰਾਂ, ਤਾਂ ਸੋਚਿਓ ਵੀ ਹੁਣ ਮੈਂ ਇਹਨੂੰ ਸਮਝਾਉਣਾ ਵੀ ਕਿਵੇਂ, ਹਾਊ ਜਾਂ ਵਾਈ, ਕਿਵੇਂ, ਕਿਉਂ, ਕਿੱਦਾਂ, ਹੈ ਨਾ। ਤਾਂ ਇਹ ਚੀਜ਼ ਤੁਹਾਨੂੰ ਐਕਸਪਲੇਨ ਕਰਨੀ ਪਊਗੀ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਈਜ਼ਲੀ ਜਿਹੜਾ ਕਿ ਆਪਣਾ ਟਾਸਕ ਆ ਉਹ ਬਹੁਤ ਵਧੀਆ ਲੈਂਥ ਦੇ ਵਿੱਚ ਮਤਲਬ ਕਿ ਤੁਹਾਡੀ ਲੈਂਥ ਵੀ ਨਹੀਂ ਘਟੂਗੀ, ਤੁਹਾਡੀ ਲੈਂਥ ਘਟੂਗੀ ਵੀ ਨਹੀਂ ਅਤੇ ਵਧੂਗੀ ਵੀ ਨਹੀਂ, ਹੈ ਨਾ। ਬਹੁਤ ਵਧੀਆ ਤਰੀਕੇ ਨਾਲ ਇਫੈਕਟਿਵ ਵੇ ਨਾਲ ਤੁਸੀਂ ਜਿਹੜਾ ਕਿ ਆਪਣਾ ਰਾਈਟਿੰਗ ਟਾਸਕ ਆ ਉਹ ਕੰਪਲੀਟ ਕਰ ਸਕਦੇ ਹੋ। ਸੋ ਦੀਜ਼ ਆਰ ਦਾ ਸਮ ਥਿੰਗਸ, some important tips that are related to your writing module that will be very beneficial for you to get your desirable band score in a writing module. So thank you so much for attending today's class.